ਔਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਕਰੋਨਾ ਕਾਲ ਦੇ ਚਲਦਿਆਂ ਜਿੰਨਾ ਵੀ ਯਾਰਾਂ ਨੇ, ਦੋਸਤਾਂ ਨੇ, ਮਿੱਤਰਾਂ ਨੇ ਸਾਡੇ ਨਾਲ ਉੱਥੇ ਸੰਸਕਾਰ ਦੀ ਇਹ ਸੇਵਾ ਨਿਭਾਈ, ਉਹ ਕਰੋਨਾ ਦੇ ਜੋ ਪ੍ਰਕੋਸ਼ਨ ਸੀਗੇ, ਪ੍ਰਕੋਸ਼ਨ ਪੀਪੀ ਕਿਟਸ ਵੇਅਰ ਕਰਕੇ ਅਸੀਂ ਸੰਸਕਾਰ ਕਰਦੇ ਰਹੇ। ਉਹਨਾਂ ਦੇ ਵਿੱਚ ਅਸੀਂ ਕੀ, ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਸੀਗੇ, ਜੀ ਸੀਗੇ, ਉਹਨਾਂ ਦੇ ਉੱਤੇ ਵੀ ਗੁਰੂ ਰਾਮਦਾਸ ਜੀ ਨੇ ਇੰਨੀ ਕਿਰਪਾ ਕੀਤੀ ਕਿ ਕੋਈ ਵੀ ਇਨਫੈਕਟ ਨਹੀਂ ਹੋਇਆ। ਉਹ ਹਰ ਲੋੜਵੰਦ ਪਰਿਵਾਰ ਨੂੰ ਦੁਪਹਿਰ ਤੋਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡਾ ਲੰਚ ਦਾ ਟਾਈਮ ਹੈ, ਉੱਥੇ ਖਾਣਾ ਤਿਆਰ ਹੁੰਦਾ ਰੋਜ਼, ਔਰ ਰੋਜ਼ ਦਾ ਮੈਨੂ ਚੇਂਜ ਹੁੰਦਾ ਹੈ। ਉਸ ਮੈਨੂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਮੰਡੇ ਦਾ ਮੈਨੂ ਕੁਝ ਹੋਰ ਹੋਏਗਾ, ਟਿਊਜ਼ਡੇ ਕੁਝ ਹੋਰ ਹੋਏਗਾ, ਔਰ ਉਹਦੇ ਚ ਸਵੀਟ ਡਿਸ਼ ਨਾਲ ਦਿੱਤੀ ਜਾਂਦੀ ਹੈ। 4 ਪ੍ਰਸ਼ਾਦੇ ਦਿੱਤੇ ਜਾਂਦੇ ਨੇ, ਸਲਾਦ ਦਿੱਤਾ ਜਾਂਦਾ ਹੈ, ਔਰ ਉਹ ਲਗਾਤਾਰ ਹੀ ਨਿਰੰਤਰ 11 ਰੁਪਏ 'ਚ ਕੱਪੜਾ, ਰੋਟੀ ਅਤੇ ਦੁਆ। ਕਿ ਜਦੋਂ ਅਸੀਂ ਉੱਥੇ ਚੌਪਈ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਜਦੋਂ ਅਸੀਂ ਅਰਦਾਸ ਕਰਦੇ ਸੀ, ਉਸ ਅਰਦਾਸ ਦੇ ਵਿੱਚ ਉਸ ਮਹਾਰਾਜ ਦੇ ਕੋਲੋਂ ਅਸੀਂ ਮਾਫੀ ਮੰਗ ਲੈਂਦੇ ਸੀਗੇ ਕਿ ਹੇ ਪ੍ਰਮਾਤਮਾ, ਕਿ ਸਾਡੇ ਵਾਹਿਗੁਰੂ ਜੀ, ਅਗਰ ਸਾਡੇ ਕੋਲੋਂ ਸੰਸਕਾਰ ਕਰਦੇ ਕਿਸੇ ਤਰੀਕੇ ਦੀ ਕੋਈ ਗਲਤੀ ਭੁੱਲ ਚੁੱਕ ਹੋਈ ਹੈ ਤਾਂ ਸਾਨੂੰ ਮਾਫ ਕਰੋ। ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਇੱਕ ਸ਼ਰਮ ਦੇ ਮਾਰੇ ਬਾਹਰ ਨਹੀਂ ਆਏ ਕਿ ਅਗਰ ਇਹ 1000 ਰੁਪਏ ਦਾ ਜਾਂ 500 ਰੁਪਏ ਦਾ ਸਾਨੂੰ ਇਹ ਸੰਸਥਾ ਰਾਸ਼ਨ ਦੇਗੀ ਤੇ ਇਹ ਫੋਟੋ ਖਿੱਚ ਕੇ ਉੱਥੇ ਪਾ ਦੇਣਗੇ ਕਿ ਅਸੀਂ ਰਾਸ਼ਨ ਦਿੱਤਾ ਜੀ। ਤੇ ਜਦੋਂ ਤੁਸੀਂ ਸੈਨੀਟਾਈਜ਼ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚਦੇ ਹੋ ਜਾਂ ਉਹਨਾਂ ਨੂੰ ਕਾਲ ਕਰਦੇ ਹੋ ਤੇ ਉਹਨਾਂ ਵੱਲੋਂ ਇਹ ਨਹੀਂ ਆਖਿਆ ਜਾਂਦਾ, ਕਿਉਂਕਿ ਤੁਸੀਂ ਖੁਦ ਉੱਥੇ ਇਨਵੋਲਵ ਹੁੰਦੇ ਹੋ ਨਾ ਜਦੋਂ ਸੰਸਕਾਰ ਹੁੰਦਾ, ਤੇ ਜੇ ਉਹ ਬੰਦੇ ਜੋ ਵੀ ਜਿਨ੍ਹਾਂ ਦੇ ਘਰ ਦੇ ਜਾਂ ਰਿਸ਼ਤੇਦਾਰਾਂ ਦੀ ਡੈਥ ਹੋਈ ਹੁੰਦੀ ਹੈ, ਅਗਰ ਉਹ ਉੱਥੇ ਨਹੀਂ ਪਹੁੰਚੇ ਤੇ ਜਿਹੜੇ ਤੁਸੀਂ ਸੰਸਕਾਰ ਕਰਕੇ ਆ ਰਹੇ ਹੋ ਉਹਨਾਂ ਦਾ, ਤੇ ਤੁਹਾਨੂੰ ਕਿਵੇਂ ਐਂਟਰ ਕਰਨ ਦਿੰਦੇ ਨੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਦਵਿੰਦਰ ਮੰਡ, ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ, ਤੇ ਅਸੀਂ ਦੋਵੇਂ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਪੂਜਾ ਜੀ, ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ, ਬਿਲਕੁਲ ਹੈਗੇ ਨੇ, ਚੰਗੇ ਵੀ ਨੇ, ਮਾੜੇ ਵੀ ਨੇ, ਪਰ ਉਹ ਇੱਕ ਰੱਬੀ ਰੂਪ ਵੀ ਹੁੰਦੇ ਨੇ ਜਿਹੜੇ ਕਿ ਮਾਨਵਤਾ ਦੀ, ਮਨੁੱਖਤਾ ਦੀ ਸੇਵਾ ਕਰਦੇ ਨੇ। ਬਿਲਕੁਲ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਉਹ 2 ਮਹਿਮਾਨ ਪਹੁੰਚੇ ਨੇ ਜੋ ਕਿ ਮਨੁੱਖਤਾ ਦੀ ਸੇਵਾ ਲਈ ਲੱਗੇ ਹੋਏ ਨੇ। ਜੀ ਬਿਲਕੁਲ, ਤੇ ਉਹਨਾਂ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਜ਼ਰੂਰ ਕਰਵਾਉਣਾ ਚਾਹਾਂਗੇ, ਕਿਉਂਕਿ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਇੱਕ ਨਵੇਂ ਚਿਹਰੇ ਦੇ ਨਾਲ ਮਿਲਾਇਆ ਜਾਵੇ, ਉਹ ਚਾਹੇ ਸੋਸ਼ਲ ਵਰਕਰ ਹੋਵੇ ਜਾਂ ਫਿਰ ਉਹ ਇਨਸਾਨ ਹੋਵੇ ਜਿਸ ਨੇ ਆਪਣੀ ਲਾਈਫ ਦੇ ਵਿੱਚ ਕੁਝ ਅਚੀਵ ਕੀਤਾ ਹੋਵੇ। ਸੋ ਅੱਜ ਸਾਡੇ ਨਾਲ, ਜਿੱਦਾਂ ਕਿ ਦਵਿੰਦਰ ਜੀ ਤੁਸੀਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਕਰ ਰਹੇ ਲੋਕ ਜੁੜੇ ਹੋਏ ਨੇ, ਔਰ ਇਹ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ। ਸੋ ਸਵਾਗਤ ਕਰਦੇ ਹਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਆਏ ਹੋਏ ਜਤਿੰਦਰ ਸਿੰਘ ਤੇ ਦੀਪਕ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਤੇ ਜਿਹੜੀ ਸੇਵਾ ਤੁਸੀਂ ਨਿਭਾ ਰਹੇ ਹੋ ਉਹ ਬਹੁਤ ਹੀ ਬਾਕਮਾਲ ਹੈ, ਤੇ ਇਸ ਵੇਲੇ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਇਸ ਸੇਵਾ ਦੀ ਲੋੜ ਵੀ ਹੈ। ਬਿਲਕੁਲ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਤਾਂ ਆਖਰੀ ਜਿਹੜੀ ਉਮੀਦ ਵੈਲਫੇਅਰ ਸੁਸਾਇਟੀ ਨਾਮ ਹੈ ਇਸਦਾ, ਉਹ ਕਿਵੇਂ ਤੁਸੀਂ ਸੋਚਿਆ, ਇਸ ਨੂੰ ਕਿਉਂ ਰੱਖਿਆ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਕੁਐਸਚਨ ਕੀਤਾ ਮੈਡਮ ਜੀ ਕਿ ਆਖਰੀ ਉਮੀਦ। ਇਹ ਜਿਹੜਾ ਕੁਐਸਚਨ ਹੈ ਅੱਜ ਤੁਸੀਂ ਨਹੀਂ, ਇਹ ਜਿੰਨੇ ਵੀ ਸਾਡੀਆਂ ਬਾਈਟਸ ਜਿੰਨੇ ਵੀ ਹੋਏ ਨੇ ਅੱਜ ਤੱਕ, ਉਹਨਾਂ ਦੇ ਵਿੱਚ ਸਾਰਿਆਂ ਜਣਿਆਂ ਨੇ ਇਹੀ ਪੁੱਛਿਆ ਕਿ ਆਖਰੀ ਉਮੀਦ ਹੀ ਕਿਉਂ। ਅਸੀਂ 2018 ਦੇ ਵਿੱਚ ਇਸ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨੂੰ ਇਹਦਾ ਗਠਨ ਕੀਤਾ ਗਿਆ 10 ਮੈਂਬਰੀ ਕਮੇਟੀ ਦੇ ਨਾਲ ਜੀ। ਔਰ ਜਦੋਂ ਇਹ ਕਮੇਟੀ ਸੰਸਥਾ ਸਟਾਰਟ ਕੀਤੀ ਗਈ 2018 ਦੇ ਵਿੱਚ, ਔਰ ਅਸੀਂ ਸਾਰੇ ਬੈਠੇ ਸੀਗੇ ਔਰ ਸਾਰਿਆਂ ਦੇ ਨਾਲ, ਵੀਰਾਂ ਦੇ ਨਾਲ ਗੱਲਬਾਤ ਕਰਕੇ, ਸਲਾਹ ਕਰਕੇ ਇਹੀ ਕਿ ਜਦੋਂ ਹਰ ਇੱਕ ਬੰਦੇ ਦੀ ਉਮੀਦ, ਉਹ ਕਿਤੇ ਵੀ ਕਿਸੇ ਦੇ ਕੋਲ ਜਾਂਦਾ ਹੈ ਬੜੀ ਉਮੀਦ ਨਾਲ ਜਾਂਦਾ ਹੈ, ਕੋਈ ਰਿਲੇਟਿਵ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਰਾ ਕੋਲ ਕੋਈ ਜਾ ਰਿਹਾ ਹੈ, ਜਦੋਂ ਉਹਦੀਆਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਤੇ ਉਹਦੇ ਕੋਲ ਕੋਈ ਉਮੀਦ ਨਹੀਂ ਰਹਿੰਦੀ, ਔਰ ਉਸ ਨੂੰ ਲੈ ਕੇ ਅਸੀਂ ਆਖਰੀ ਉਮੀਦ ਕੀ ਆਖਰੀ ਉਮੀਦ ਸਾਡੀ ਸੰਸਥਾ ਆ, ਤੁਸੀਂ ਸਾਡੇ ਕੋਲ ਆਓ, ਤੁਹਾਡੀ ਜਿਹੜੀ ਵੀ ਉਮੀਦ ਹੈ ਉਸ ਨੂੰ ਪੂਰਾ ਕੀਤਾ ਜਾਏਗਾ ਜੀ। ਇਸ ਕਰਕੇ ਸਾਡੀ ਸੰਸਥਾ ਦਾ ਨਾਮ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜੀ। ਸਰ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ, ਆਖਰੀ ਉਮੀਦ ਦਾ ਨਾਮ ਰੱਖ ਦਿੱਤਾ, ਪਰ ਇਹ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਕੋਈ ਇਦਾਂ ਦੀ ਸੰਸਥਾ ਬਣਾਈ ਜਾਵੇ ਜਿਹੜੀ ਕਿ ਮਨੁੱਖਤਾ ਦਾ ਭਲਾ ਕੀਤਾ ਜਾਵੇ? ਜੇ ਸੰਸਥਾ ਦੇ ਨਾਲ ਕਿਵੇਂ ਮਨ ਦੇ ਵਿੱਚ ਆਇਆ? ਦੇਖੋ ਜੀ, ਪਹਿਲਾਂ ਤਾਂ 2018 'ਚ ਜਦੋਂ ਇਹ ਰਜਿਸਟਰਡ ਹੋਈ, ਉਦੋਂ ਤਾਂ ਅਸੀਂ ਮਿਲ ਜੁਲ ਕੇ
ਕਿਸੇ ਲੋੜਵੰਦ ਨੂੰ ਰਾਸ਼ਨ, ਕਿਸੇ ਲੋੜਵੰਦ ਨੂੰ ਦਵਾਈ, ਜੀ ਇਦਾਂ ਹੀ ਉਪਰਾਲੇ ਕਰ ਰਹੇ ਸੀ। ਹੂੰ ਪਰ 2020 ਦੇ ਵਿੱਚ ਜਿਹੜਾ ਪ੍ਰਕੋਪ ਸਾਰੀ ਦੁਨੀਆ ਤੇ ਆਇਆ, ਉਹਨੂੰ ਕੋਵਿਡ ਦੇ ਰੂਪ 'ਚ, ਜੀ ਉਸ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਨਾਲ ਨਾ ਜੁੜਦਾ ਸੀ, ਨਾ ਮਿਲਦਾ ਸੀ। ਉਸ ਟਾਈਮ ਕਈ ਪਰਿਵਾਰਾਂ ਦੇ ਸਦੱਸਿਆ ਚਲੇ ਗਏ। ਹੂੰ ਕਾਫੀ ਪਰਿਵਾਰ ਜਿੱਦਾਂ ਕਰੋਨਾ ਦੀ ਕਿਸੇ ਭੇਟ ਦੇ- ਚੜ ਗਏ। ਜੀ ਕਿਸੇ ਦੇ ਫਾਦਰ ਚਲੇ ਗਏ ਤੇ ਉਹਦੇ ਬੇਟੇ ਨੂੰ ਵੀ ਕੋਵਿਡ ਹੈ ਹੂੰ ਤੇ ਉਹ ਵਿਚਾਰਾ ਆਪਣੇ ਫਾਦਰ ਦਾ ਸੰਸਕਾਰ ਨਹੀਂ ਕਰ ਸਕਦਾ ਸੀ। ਹੂੰ ਜਾਂ ਕਿਸੇ ਦਾ ਬੇਟਾ ਚਲਾ ਗਿਆ ਹੂੰ ਤੇ ਉਹਦੇ ਘਰ ਦੇ ਨਾਲ ਹੀ ਨਹੀਂ ਆਉਂਦੇ ਸੀ ਕਿ ਕੋਵਿਡ ਹੈ, ਜੀ। ਡਰਦੇ ਸੀ। ਹੂੰ ਹਰ ਕੋਈ ਡਰਦਾ ਸੀ। ਉਸ ਟਾਈਮ ਦੇ ਵਿੱਚ ਸਾਡੀ ਸੰਸਥਾ ਨੇ ਆਪਸ 'ਚ ਮਿਲ ਕੇ ਹੂੰ ਇਹ ਸੋਚ ਆਈ, ਸਭ ਪਰਮਾਤਮਾ ਦੀ ਕਿਰਪਾ ਹੈ, ਹੂੰ ਉਹਨਾਂ ਨੇ ਦਿੱਤੀ ਸੇਵਾ ਕਿ ਇਹ ਕੋਵਿਡ ਦਾ ਜਿਹੜਾ ਪ੍ਰਕੋਪ ਹੈ, ਹੂੰ। ਜਿਹਦਾ ਕਿ ਦੁਨੀਆ ਸੰਸਕਾਰ ਨਹੀਂ ਕਰ ਰਹੀ, ਉਹਨਾਂ ਦੀ ਸੇਵਾ ਆਪਾਂ ਲਈਏ। ਹੂੰ ਉਸ ਦੌਰਾਨ ਅਸੀਂ ਇਹ ਸੇਵਾ ਕਰਨੀ ਸ਼ੁਰੂ ਕੀਤੀ। ਜੀ ਬਹੁਤ ਵਧੀਆ ਗੱਲ ਹੈ ਜੀ ਕਿ ਤੇ ਜੀ। ਬਹੁਤ ਸੋਹਣੀ ਗੱਲ ਕਹੀ ਹੈ ਇਹਨਾਂ ਨੇ, ਪਰ ਮੈਂ ਇੱਥੇ ਇੱਕ ਹੋਰ ਸਵਾਲ ਮੈਨੂੰ ਲੱਗਦਾ ਪੁੱਛਣਾ ਨਹੀਂ ਚਾਹੀਦਾ ਪਰ ਪੁੱਛਣਾ ਨਹੀਂ, ਬਣਦਾ ਵੀ ਹੈ ਜ਼ਰੂਰ, ਇਹ। ਜ਼ਰੂਰ ਆਖਰੀ ਉਮੀਦ ਤਾਂ ਤੁਸੀਂ ਨਾਮ ਰੱਖ ਦਿੱਤਾ, ਤੇ ਤੁਹਾਨੂੰ ਕਦੇ ਐਦਾਂ ਲੱਗਿਆ ਹੈ ਕਿ ਇਹ ਨਾਮ ਜਿਹੜਾ ਆ ਇਹ ਚੰਗੀ ਤਰ੍ਹਾਂ ਢੁਕਵਾਇਆ? ਕਿਉਂਕਿ ਜੇਕਰ ਤੁਹਾਡੇ ਕੋਲੋਂ ਆ ਕੇ ਵੀ ਉਹ ਉਹਨਾਂ ਦੀ ਉਮੀਦ ਪੂਰੀ ਨਾ ਹੋਈ ਹੋਵੇ, ਐਦਾਂ ਦਾ ਕਦੇ ਮੌਕਾ ਆਇਆ? ਦੇਖੋ ਜੀ, ਸਭ ਕੁਝ ਕਰਨ ਵਾਲਾ ਉਹ ਪ੍ਰਮਾਤਮਾ ਵਾਹਿਗੁਰੂ ਹੈ। ਜੀ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਕੋਈ ਸੇਵਾ ਕਰ ਪਾਈਏ। ਉਹ ਸੇਵਾ ਲੈ ਰਹੇ ਸਾਡੇ ਕੋਲੋਂ। ਅਸੀਂ ਇਸ ਜਦੋਂ ਵੀ ਕੋਈ ਸੇਵਾ ਤੇ ਜਾਂਦੇ ਆ, ਅਸੀਂ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਉੱਥੇ ਮਹਾਰਾਜ ਦੇ ਅੱਗੇ ਅਰਦਾਸ ਕਰਕੇ, ਜਿਸ ਤਰ੍ਹਾਂ ਕਿ ਸੰਸਕਾਰ ਦੀ ਸੇਵਾ ਦੀ ਗੱਲ ਹੀ ਕਰ ਲਈਏ। ਹੁਣ ਸੰਸਕਾਰ ਦੀ ਸੇਵਾ ਦੀ ਅਗਰ ਗੱਲ ਕੀਤੀ ਜਾਵੇ ਮੈਮ, ਉਹਦੇ 'ਚ ਕੀ ਹੈ ਕਿ ਜਦੋਂ ਉਹਨਾਂ ਦੇ ਨਾਲ ਕੋਈ ਵੀ ਖੜਾ ਨਹੀਂ ਹੁੰਦਾ, ਉਹਨਾਂ ਦਾ ਕੋਈ ਰਿਲੇਟਿਵ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਰਾ ਕੋਵਿਡ-19 ਦੇ ਕਰਕੇ ਹਰ ਕੋਈ ਡਰਦਾ ਹੈ ਜੀ। ਕਿ ਕਰੋਨਾ ਚੱਲ ਰਿਹਾ ਹੈ, ਤੇ ਉਹਨਾਂ ਦੇ ਸੰਸਕਾਰ ਦੀ ਸੇਵਾ ਜਦੋਂ ਸਾਡੀ ਸੰਸਥਾ ਵੱਲੋਂ ਪੂਰੀ ਕੀਤੀ ਜਾਂਦੀ ਹੈ, ਤੇ ਮੈਂ ਉਹ ਸੋਚਦਾ ਕਿ ਆਖਰੀ ਉਮੀਦ ਉੱਥੇ ਉਹਨਾਂ ਦੀ ਪੂਰੀ ਹੋ ਰਹੀ ਹੈ। ਜੀ ਤੇ ਸਰ ਕਿਹੜੀਆਂ-ਕਿਹੜੀਆਂ ਉਹ ਸੇਵਾਵਾਂ ਨੇ ਜਿਹੜੀਆਂ ਤੁਹਾਡੀ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਨੇ? ਸਾਡੀ ਸੰਸਥਾ ਵੱਲੋਂ ਵੀਰ ਜੀ, ਜਿੱਦਾਂ ਕਿ ਦੀਪਕ ਜੀ ਨੇ ਦੱਸਿਆ ਕਿ 2018 ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਜਿੰਨੇ ਆਪਸ 'ਚ 10 ਜਾਂ 12 ਮੈਂਬਰੀ ਕਮੇਟੀ ਸੀ, ਜੀ ਔਰ ਆਪਸ ਦੇ ਵਿੱਚ ਹੀ ਸਾਰਾ ਦਸਵੰਧ ਇਕੱਠਾ ਕਰਕੇ ਤਾਂ ਅਸੀਂ ਲੋਕਾਂ ਦੀ ਹੈਲਪ ਵਾਸਤੇ, ਲੋਕਾਂ ਦੀ ਲੋੜਵੰਦਾਂ ਦੇ ਪਰਿਵਾਰਾਂ ਦੀ ਮਦਦ ਵਾਸਤੇ, ਰਾਸ਼ਨ ਹੋ ਗਿਆ, ਜਾਂ ਕੋਈ ਹਸਪੀਟਲ ਦੇ ਵਿੱਚ ਕੋਈ ਐਡਮਿਟ ਹੈ, ਉਹਨੂੰ ਹਸਪੀਟਲ ਦੇ ਵਿੱਚ ਕੋਈ ਦਵਾਈਆਂ ਦੀ ਜ਼ਰੂਰਤ ਹੈ, ਜਾਂ ਉਹਨਾਂ ਦੇ ਕੋਲ ਐਕਸਪੈਂਸ ਨਹੀਂ ਹੈ, ਖਰਚਾ ਨਹੀਂ ਹੈ, ਅਸੀਂ ਉਹਨਾਂ ਨੂੰ ਖਰਚਾ ਦੇ ਦਿੰਦੇ ਸੀਗੇ। 2020 ਦੇ ਵਿੱਚ ਅਖੀਰਲੇ ਸਾਲ, ਲਾਸਟ ਈਅਰ, ਜੀ ਜੋ ਕਿ ਇਹ ਕਰੋਨਾ ਆਇਆ, ਸਟਾਰਟ ਹੋਇਆ, ਕਰੋਨਾ ਕਾਲ ਦੇ ਚਲਦਿਆਂ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਸੰਸਕਾਰ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਸਾਡੇ ਕੋਲੋਂ ਲਈ, ਅਸੀਂ ਨਹੀਂ ਕੀਤੀ, ਉਹਨਾਂ ਨੇ ਕਰਾਈ ਹੈ। ਔਰ ਟੋਟਲ ਸੰਸਕਾਰ ਦੀ ਗੱਲ ਕਰੀਏ ਤਾਂ ਅੱਜ ਤੱਕ 162 ਸੰਸਕਾਰ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਸਾਡੇ ਕੋਲੋਂ ਲਈ ਹੈ। ਔਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਕਰੋਨਾ ਕਾਲ ਦੇ ਚਲਦਿਆਂ ਜਿੰਨਾ ਵੀ ਯਾਰਾਂ ਨੇ, ਦੋਸਤਾਂ ਨੇ, ਮਿੱਤਰਾਂ ਨੇ ਸਾਡੇ ਨਾਲ ਉੱਥੇ ਸੰਸਕਾਰ ਦੀ ਇਹ ਸੇਵਾ ਨਿਭਾਈ, ਉਹ ਕਰੋਨਾ ਦੇ ਜੋ ਪ੍ਰਕੋਸ਼ਨ ਸੀਗੇ, ਪ੍ਰਕੋਸ਼ਨ ਪੀਪੀ ਕਿਟਸ ਵੇਅਰ ਕਰਕੇ ਅਸੀਂ ਸੰਸਕਾਰ ਕਰਦੇ ਰਹੇ। ਉਹਨਾਂ ਦੇ ਵਿੱਚ ਅਸੀਂ ਕੀ, ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਸੀਗੇ, ਜੀ ਸੀਗੇ, ਉਹਨਾਂ ਦੇ ਉੱਤੇ ਵੀ ਗੁਰੂ ਰਾਮਦਾਸ ਜੀ ਨੇ ਇੰਨੀ ਕਿਰਪਾ ਕੀਤੀ ਕਿ ਕੋਈ ਵੀ ਇਨਫੈਕਟ ਨਹੀਂ ਹੋਇਆ, ਕੋਈ ਵੀ ਮੈਂਬਰ ਇਨਫੈਕਟ ਨਹੀਂ ਹੋਇਆ। ਔਰ ਅੱਜ ਵੀ ਉਹ ਸਾਰੇ ਤੰਦਰੁਸਤ ਨੇ। ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਫਿਰ ਨਵੰਬਰ ਦੇ ਵਿੱਚ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਜੀ, ਲੋਕਾਂ ਵਾਸਤੇ। ਅਸੀਂ ਜਿਹੜੇ ਘਰ ਦੇ ਜੀ ਚਲੇ ਜਾਂਦੇ ਸੀਗੇ, ਜਾਂ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਫਾਲਤੂ ਕੱਪੜੇ ਦੇ ਨਾਲ ਕੋਈ ਇਸ ਤਰ੍ਹਾਂ ਦਾ ਸਮਾਨ, ਜੋ ਕਿ ਟੀਵੀ ਹੋ ਗਿਆ, ਪੁਰਾਣਾ ਟੀਵੀ ਹੋ ਗਿਆ, ਪੁਰਾਣਾ ਫ੍ਰਿਜ ਹੋ ਗਿਆ, ਵਾਸ਼ਿੰਗ ਮਸ਼ੀਨ ਹੋ ਗਈ, ਕੂਲਰ ਹੋ ਗਿਆ, ਬੱਚਿਆਂ ਦੀਆਂ ਬੁੱਕਸ ਹੋ ਗਈਆਂ, ਉਹ ਜੋ ਐਕਸਟਰਾ ਉਹਨਾਂ ਦੇ ਕੋਲ ਘਰ 'ਚ ਪਿਆ ਹੁੰਦਾ ਸੀ, ਜੋ ਉਹਨਾਂ ਦੇ ਯੂਜ਼ੇਬਲ ਨਹੀਂ ਸੀ, ਉਹ ਸਾਡੀ ਸੰਸਥਾ ਨੂੰ ਉਹਨਾਂ ਨੇ ਦੇਣਾ ਸ਼ੁਰੂ ਕੀਤਾ। ਔਰ ਅਸੀਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੰਦੇ ਸੀਗੇ ਕਿ ਜਿਸ ਲੋੜਵੰਦ ਪਰਿਵਾਰ ਨੂੰ ਉਹਨਾਂ ਦੇ ਕੱਪੜਿਆਂ ਦੀ ਜ਼ਰੂਰਤ ਹੈ, ਉਹ ਲੈ ਕੇ ਜਾ ਸਕਦਾ ਜੀ। ਬੁੱਕਸ ਦੀ ਲੋੜ ਹੈ, ਉਹ ਪਈਆਂ ਆ, ਬੁੱਕਸ ਲੈ ਕੇ ਜਾ ਸਕਦਾ ਹੈ। ਸ਼ੂਜ਼ ਆਉਂਦੇ ਸੀਗੇ, ਚੱਪਲਾਂ ਆਉਂਦੀਆਂ ਸੀਗੀਆਂ, ਉਹ ਅਸੀਂ ਉੱਥੇ ਰੱਖ ਦਿੰਦੇ ਸੀਗੇ। ਬਟ 2020 ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਇੱਕ ਬਸਤੀ ਸ਼ੇਖ ਰੋਡ, ਫੁੱਟਬਾਲ ਚੌਂਕ ਦੇ ਨੀਅਰ, ਅਸੀਂ ਇੱਕ ਆਪਣਾ ਆਫਿਸ ਲੈ ਕੇ, ਮੁੱਖ ਦਫ਼ਤਰ ਆਖਰੀ ਉਮੀਦ ਦਾ ਉੱਥੇ ਓਪਨ ਕੀਤਾ ਹੈ। ਉਸ ਦੇ ਵਿੱਚ ਰੋਟੀ, ਕੱਪੜਾ ਤੇ ਦਵਾਈ, ਉਹ ਹਰ ਲੋੜਵੰਦ ਪਰਿਵਾਰ ਨੂੰ ਦੁਪਹਿਰ ਤੋਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡਾ ਲੰਚ ਦਾ ਟਾਈਮ ਹੈ। ਉੱਥੇ ਖਾਣਾ ਤਿਆਰ ਹੁੰਦਾ ਰੋਜ਼, ਔਰ ਰੋਜ਼ ਦਾ ਮੈਨੂ ਚੇਂਜ ਹੁੰਦਾ ਹੈ। ਉਸ ਮੈਨੂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਮੰਡੇ ਦਾ ਮੈਨੂ ਕੁਝ ਹੋਰ ਹੋਏਗਾ, ਟਿਊਜ਼ਡੇ ਕੁਝ ਹੋਰ ਹੋਏਗਾ।
ਔਰ ਉਹਦੇ ਚ ਸਵੀਟ ਡਿਸ਼ ਨਾਲ ਦਿੱਤੀ ਜਾਂਦੀ ਹੈ, 4 ਪ੍ਰਸ਼ਾਦੇ ਦਿੱਤੇ ਜਾਂਦੇ ਨੇ, ਸਲਾਦ ਦਿੱਤਾ ਜਾਂਦਾ ਹੈ, ਔਰ ਉਹ ਲਗਾਤਾਰ ਹੀ ਨਿਰੰਤਰ 11 ਰੁਪਏ ਚ ਕੱਪੜਾ, ਰੋਟੀ ਅਤੇ ਦਵਾਈ ਵਾਹ ਸਾਡੀ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ। ਜੀ। ਕੋਈ ਵੀ ਲੋੜਵੰਦ ਪਰਿਵਾਰ ਉੱਥੇ ਆਂਦਾ, ਉਹਨੂੰ 11 ਰੁਪਏ ਦੇ ਵਿੱਚ ਜਦੋਂ ਗੱਦੇ ਮਿਲਦੇ ਆ, 11 ਰੁਪਏ ਦੇ ਵਿੱਚ ਜਦੋਂ ਉਹ ਵਾਸ਼ਿੰਗ ਮਸ਼ੀਨ ਲੈ ਕੇ ਜਾਂਦਾ ਹੈ, ਜਾਂ 11 ਰੁਪਏ 'ਚ ਕੋਈ ਇਸ ਤਰ੍ਹਾਂ ਦਾ ਕੀਮਤੀ ਸਮਾਨ ਜਿਹੜਾ ਕਿ ਉਹ ਸ਼ਾਇਦ ਆਪਣੀ ਲਾਈਫ ਦੇ ਵਿੱਚ ਖਰੀਦ ਨਾ ਪਾਵੇ, ਜੀ, ਤੇ ਉਹਨਾਂ ਲੋਕਾਂ ਦੀਆਂ ਬਲੇਸਿੰਗਸ, ਉਹਨਾਂ ਲੋਕਾਂ ਦੀਆਂ ਦੁਆਵਾਂ, ਉਹਨਾਂ ਦੇ ਪਿਆਰ ਸਦਕਾ ਹੀ ਇਹ ਸੰਸਥਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਵਾਹ। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਕੋਵਿਡ ਨੂੰ ਲੈ ਕੇ ਤੁਸੀਂ ਸੰਸਕਾਰ ਦੀ ਜਿਹੜੀ ਸੇਵਾ ਨਿਭਾ ਰਹੇ ਹੋ, ਫਿਰ ਤੁਸੀਂ 11/11 ਦੇ ਨਾਮ ਤੋਂ ਇੱਕ ਆਫਿਸ ਖੋਲ੍ਹਿਆ, ਉਹ ਵੀ ਸੇਵਾ ਨਿਭਾ ਰਹੇ ਹੋ। ਆਪਾਂ ਇਹਨਾਂ ਸਾਰੇ ਬਾਰੇ ਗੱਲ ਕਰਾਂਗੇ, ਪਰ ਡਿਟੇਲ 'ਚ ਗੱਲ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਕੋਵਿਡ ਨੂੰ ਲੈ ਕੇ ਗੱਲ ਕਰਦੇ ਹਾਂ ਕਿ ਸੰਸਕਾਰ ਦੀ ਸੇਵਾ ਜਿਹੜੀ ਆ ਅੱਜ ਕੱਲ ਤਾਂ ਘਰ ਦੇ ਵੀ ਸਾਥ ਛੱਡ ਰਹੇ ਨੇ। ਅਗਰ ਕਿਸੇ ਦੇ ਘਰ ਦੇ ਵਿੱਚ ਰਿਸ਼ਤੇਦਾਰ ਦੀ ਕੋਵਿਡ ਕਰਕੇ ਡੈਥ ਹੋ ਰਹੀ ਹੈ ਤੇ ਉਹ ਸੰਸਕਾਰ ਨਹੀਂ ਕਰ ਰਹੇ, ਔਰ ਇਹ ਤਸਵੀਰਾਂ ਸਾਨੂੰ ਜਦੋਂ ਲਾਕਡਾਊਨ ਸੀ ਉਦੋਂ ਵੀ ਦੇਖਣ ਨੂੰ ਮਿਲੀਆਂ ਤੇ ਬੜੀਆਂ ਹੀ ਹੈਰਾਨੀਜਨਕ ਤਸਵੀਰਾਂ ਹੀ ਨਜ਼ਰ ਆਉਂਦੀਆਂ ਨੇ ਸਾਡੇ ਸਾਹਮਣੇ। ਤੇ ਇਹਦੇ ਪਿੱਛੇ ਕਾਰਨ ਕੀ ਆ? ਪਹਿਲੀ ਗੱਲ ਤਾਂ ਇਹ, ਕਿਉਂਕਿ ਜਿਹੜੇ ਮਾਪਿਓ ਸਾਨੂੰ ਪਾਲਦੇ ਪੋਸਦੇ ਨੇ, ਸਾਨੂੰ ਜਨਮ ਦਿੰਦੇ ਨੇ, ਜਾਂ ਫਿਰ ਹੋਰ ਜਿਹੜੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਰਹੇ ਹੁੰਦੇ ਹਜੇ ਤੱਕ, ਤੇ ਅਗਰ ਉਹਨਾਂ ਦੀ ਕਿਸੇ ਕਾਰਨ ਕਰਕੇ ਡੈਥ ਹੋ ਜਾਂਦੀ ਆ ਤੇ ਅਸੀਂ ਉਸ ਜਿਹੜੀ ਜ਼ਿੰਮੇਵਾਰੀ ਹੈ ਸਾਡੀ, ਉਸ ਤੋਂ ਪਿੱਛੇ ਹਟ ਰਹੇ ਹਾਂ, ਸੰਸਕਾਰ ਨਹੀਂ ਕਰ ਰਹੇ ਹਾਂ। ਇਸ ਦਾ ਪਹਿਲਾਂ ਤਾਂ ਕਾਰਨ ਕੀ ਹੈ? ਦੇਖੋ ਜੀ, ਕਰੋਨਾ ਕਾਲ ਦੇ ਚਲਦਿਆਂ ਜਿੰਨੀਆਂ ਵੀ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਮੌਤਾਂ ਹੋਈਆਂ ਨੇ, ਜੀ, ਉਹਨਾਂ ਦੇ ਵਿੱਚ ਬੜੇ ਪਰਿਵਾਰ ਸਾਨੂੰ ਬਹੁਤ ਫੇਸ ਕਰਨਾ ਪਿਆ। ਔਰ ਇਹ ਸੰਸਥਾ, ਇਹ ਸੇਵਾ ਜਿਹੜੀ ਹੈ, ਇਸ ਸੰਸਥਾ ਵੱਲੋਂ ਸ਼ੁਰੂ ਹੀ ਇਸ ਕਰਕੇ ਕੀਤੀ ਗਈ ਹੈ ਜੀ, ਕਿਉਂਕਿ ਇੱਕ ਮੈਂ ਵੀਡੀਓ ਦੇਖੀ ਸੀ ਲੁਧਿਆਣੇ ਦੀ ਕਿ ਜਿਸ ਦੇ ਵਿੱਚ ਕਿ ਉਹਨਾਂ ਦੇ ਪਰਿਵਾਰਕ ਦਾ ਮੈਂਬਰ ਦੀ ਕਿਸੇ ਦੀ ਮੌਤ ਹੋ ਗਈ ਡਿਊ ਟੂ ਕਰੋਨਾ, ਬਟ ਉਹਨਾਂ ਦੇ ਪਰਿਵਾਰ ਦੇ ਜੀ, ਉਹਨਾਂ ਨੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਕਿ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਪਹੁੰਚਾਂਗੇ, ਤੁਸੀਂ ਪਲੀਜ਼ ਇਹਨੂੰ ਆਪਣੇ ਆਪ ਹੀ ਕਰਮੇਸ਼ਨ ਦੀ ਸੇਵਾ ਕਰ ਦਿਓ। ਮਨ ਬਹੁਤ ਭਾਵੁਕ ਹੋਇਆ ਦੇਖ ਕੇ ਕਿ ਜਿਹੜਾ ਪਰਿਵਾਰ ਦਾ ਮੈਂਬਰ, ਜਿਹੜਾ ਪਰਿਵਾਰ ਦੀ ਸਾਡੀ ਮਾਂ, ਸਾਡਾ ਪਿਓ, ਜਾਂ ਬਚਪਨ ਤੋਂ ਲੈ ਕੇ ਜਿਨ੍ਹਾਂ ਨੇ ਸਾਨੂੰ ਪਾਲਿਆ, ਤੇ ਅਸੀਂ ਉਹਨਾਂ ਦੇ ਸੰਸਕਾਰ ਦੀ ਸੇਵਾ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਖੜੇ ਹੋ ਪਾਏ। ਜੀ। ਕਰੋਨਾ ਦਾ ਡਰ ਬਹੁਤ ਜ਼ਰੂਰੀ ਹੈ, ਜੀ, ਡਰੋ, ਕਰੋਨਾ ਤੋਂ ਪ੍ਰੀਕਾਸ਼ਨ ਰੱਖਣਾ ਜ਼ਰੂਰੀ ਹੈ, ਜੀ, ਬਟ ਆਪਣਾ ਕਰਮ ਔਰ ਧਰਮ ਨਹੀਂ ਭੁੱਲਣਾ ਚਾਹੀਦਾ। ਜੀ ਸਰ, ਆਪਾਂ ਗੱਲਬਾਤ ਅੱਗੇ ਜਾਰੀ ਰੱਖਾਂਗੇ। ਸਮਾਂ ਇੱਥੇ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਪ੍ਰੋਗਰਾਮ ਚੱਲਦਾ ਹੈ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਸਾਡੇ ਮਹਿਮਾਨ ਜੁੜੇ ਹੋਏ ਨੇ ਜਿਹੜੇ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਤੋਂ ਨੇ। ਸਰ, ਆਪਾਂ ਕਰੋਨਾ ਦੀ ਗੱਲ ਕਰਦੇ ਪਏ ਸੀਗੇ ਤੇ ਵਾਰਤਾਲਾਪ ਜਿਹੜੀ ਸਾਡੀ ਵਿੱਚ ਰੁਕ ਗਈ ਸੀ। ਉਸ ਤੋਂ ਇਲਾਵਾ ਹੁਣ ਅੱਗੇ ਆਪਾਂ ਵਾਰਤਾਲਾਪ ਸ਼ੁਰੂ ਕਰਦੇ ਹਾਂ। ਤੇ ਕਰੋਨਾ ਕਾਲ ਦੇ ਸਮੇਂ ਵਿੱਚ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਹੈ ਕਿ ਕਿਸੇ ਪਰਿਵਾਰ ਵੱਲੋਂ ਤੁਹਾਨੂੰ ਕਾਲ ਆਈ ਹੈ ਕਿ ਅਸੀਂ ਇਸ ਲਾਸ਼ ਦਾ ਸੰਸਕਾਰ ਨਹੀਂ ਕਰ ਸਕਦੇ, ਇਹ ਤੁਸੀਂ ਕਰ ਦਿਓ। ਕਰੋਨਾ ਕਾਲ ਦੇ ਚਲਦਿਆਂ ਇਹ ਲਗਾਤਾਰ ਨਿਰੰਤਰ ਹੁੰਦਾ ਰਿਹਾ ਜੀ ਸਾਡੇ ਨਾਲ। ਇੱਕ ਨਹੀਂ, ਦੋ ਨਹੀਂ, ਬੜੇ ਪਰਿਵਾਰਾਂ ਦੇ ਸਾਨੂੰ ਫੋਨ ਆਏ ਨੇ, ਕਾਲਸ ਆਈਆਂ ਨੇ ਕਿ ਜਿਨ੍ਹਾਂ ਦੇ ਪਰਿਵਾਰ ਦੇ ਜੀ ਡਿਊ ਟੂ ਕਰੋਨਾ ਡੈਥ ਹੋ ਗਈ। ਔਰ ਇੱਥੇ ਤੱਕ ਕਿ ਕੁਝ ਪਰਿਵਾਰ ਦੇ ਜੀ ਜਿਨ੍ਹਾਂ ਦੇ ਕਿ ਕਰੋਨਾ ਨਾਲ ਮੌਤ ਹੋ ਜਾਂਦੀ ਸੀ, ਕੁਝ ਪਰਿਵਾਰ ਦੇ ਬਾਕੀ ਮੈਂਬਰਸ ਕੁਆਰੰਟਾਈਨ ਹੋਏ ਹੁੰਦੇ ਸੀਗੇ, ਤੇ ਉਹਨਾਂ ਦੇ ਸੰਸਕਾਰ ਦੀ ਸੇਵਾ ਦੇ ਨਾਲ ਲੁਧਿਆਣੇ ਤੋਂ ਬੋਡੀ ਨੂੰ ਲੈ ਕੇ ਆਉਣ ਦੀ ਸੇਵਾ ਵੀ ਸਾਡੀ ਸੰਸਥਾ ਵੱਲੋਂ ਨਿਭਾਈ ਗਈ। ਜੀ, ਤੇ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਕਿ ਸੰਸਕਾਰ ਦੀ ਸੇਵਾ ਕਰਨੀ ਚਾਹੀਦੀ ਆ? ਕਿਉਂਕਿ ਜਿਸ ਵੇਲੇ ਤੁਸੀਂ ਇਹ ਸੇਵਾ ਸ਼ੁਰੂ ਕੀਤੀ ਹੈ ਉਸ ਵੇਲੇ ਤਾਂ ਕੋਵਿਡ ਦੇ ਇੰਨਾ ਜ਼ਿਆਦਾ ਡਰ ਸੀ ਲੋਕਾਂ ਦੇ ਵਿੱਚ ਕਿ ਅਸੀਂ ਕੁਝ ਵੀ ਕਰਦੇ ਸੀ ਤਾਂ ਪਹਿਲਾਂ ਆਪਣੇ ਆਪ ਨੂੰ ਹੀ ਕਿੰਨੀ ਵਾਰੀ ਧੋ ਲੈਂਦੇ ਸੀ, ਹੱਥਾਂ ਨੂੰ ਧੋ ਲੈਂਦੇ ਸੀ, ਸੈਨੀਟਾਈਜ਼ਰ ਇਹ ਉਹ ਕਿੰਨਾ ਕੁਝ ਸੀਗਾ। ਤੇ ਤੁਹਾਡੇ ਮਨ ਦੇ ਵਿੱਚ ਉਸ ਵੇਲੇ ਕਿਵੇਂ ਖਿਆਲ ਆਇਆ? ਦੇਖੋ ਜੀ, ਮੈਂ ਕੁਛ ਇੱਕ ਜਿਹੜੇ ਕਰਮੇਸ਼ਨ ਇਸ ਤਰ੍ਹਾਂ ਦੇ ਸੀਗੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਸਿਵਲ ਹਸਪੀਟਲ ਦੀ ਟੀਮ ਵੱਲੋਂ ਮਿਲ ਕੇ ਕੀਤੇ ਗਏ, ਔਰ ਉੱਥੇ ਕੁਝ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਪਹੁੰਚ ਸਕੇ। ਔਰ ਉੱਥੇ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਆਪਣਾ ਕਰਮ ਔਰ ਧਰਮ ਬੰਦੇ ਨੂੰ ਨਹੀਂ ਭੁੱਲਣਾ ਚਾਹੀਦਾ। ਔਰ ਉਹਨਾਂ ਨੂੰ ਇਸ ਗੱਲ ਦੀ ਸਿੱਖਿਆ ਦੇਣ ਵਾਸਤੇ ਹੀ ਅਸੀਂ ਆਪਣੀ NGO ਨੂੰ ਔਰ ਆਪਣੇ ਵੀਰਾਂ ਨੂੰ ਅੱਗੇ ਲੈ ਕੇ ਆਏ ਹਾਂ ਕਿ ਇਸ ਕਰੋਨਾ ਤੋਂ ਤੁਸੀਂ ਡਰਨਾ ਬੜਾ ਜ਼ਰੂਰੀ ਹੈ। ਪ੍ਰੀਕਾਸ਼ਨ ਰੱਖੋ, ਆਪਣਾ ਧਿਆਨ ਰੱਖੋ, ਜੋ ਮਾਸਕ ਪਾਣਾ, ਜੋ ਪ੍ਰਸ਼ਾਸਨ ਕਹਿ ਰਿਹਾ ਉਹ ਕਰੋ, ਬਟ ਆਪਣਾ ਕਰਮ ਔਰ ਧਰਮ, ਆਪਣਾ ਪਿਓ, ਆਪਣੀ ਮਾਂ ਜਾਂ ਆਪਣੇ ਪਰਿਵਾਰ ਦਾ ਉਹ ਮੈਂਬਰ
ਜਿਹੜਾ ਕਿ ਸਾਡੇ ਨਾਲ ਬਚਪਨ ਤੋਂ ਲੈ ਕੇ ਮਤਲਬ ਜਿਹੜੇ ਪਿਓ ਨੇ ਸਾਡਾ ਬਚਪਨ ਤੋਂ ਲੈ ਕੇ ਸਾਨੂੰ ਵੱਡਿਆਂ ਕੀਤਾ, ਜੀ। ਜਵਾਨ ਕੀਤਾ, ਔਰ ਸੰਸਕਾਰ ਦੇ ਟਾਈਮ ਅਸੀਂ ਉਹਨਾਂ ਨੂੰ ਭੁੱਲ ਗਏ, ਵਿਸਾਰ ਗਏ। ਬਿਲਕੁਲ। ਔਰ ਮੈਂ ਇਹ ਚੀਜ਼ ਤੋਂ ਬੜਾ ਪ੍ਰਭਾਵਿਤ ਹੋਇਆ, ਮਨ ਨੂੰ ਬੜੀ ਠੇਸ ਪਹੁੰਚੀ ਕਿ ਸਾਡੀ ਸੰਸਥਾ ਨੂੰ ਇਹ ਸੇਵਾ ਲੈਣੀ ਚਾਹੀਦੀ ਹੈ, ਕਿਉਂਕਿ ਬਹੁਤ ਸੰਸਥਾਵਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਹੜੀਆਂ ਕਰੋਨਾ ਕਾਲ ਦੇ ਚਲਦਿਆਂ ਬੜੇ ਤਰ੍ਹਾਂ ਦਾ ਰਾਸ਼ਨ, ਬੜੇ ਤਰ੍ਹਾਂ ਹੋਰ ਸਮਾਜਿਕ ਕੰਮ ਕਰ ਰਹੀਆਂ ਸੀ, ਬਟ ਸੰਸਕਾਰ ਦੀ ਸੇਵਾ ਵਾਸਤੇ ਕੋਈ ਵੀ ਅੱਗੇ ਨਹੀਂ ਆਇਆ ਜੀ। ਉਹ ਸਾਡੀ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਨਾਲ, ਵਲੰਟੀਅਰਸ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਗਈ, ਔਰ ਸਾਰਿਆਂ ਨੇ ਜਦੋਂ ਸਹਿਮਤੀ ਜਤਾਈ ਤਾਂ ਅਸੀਂ ਇਹ ਸੇਵਾ ਸ਼ੁਰੂ ਕੀਤੀ। ਜਦੋਂ ਤੁਹਾਡੀ ਇਹ ਸੁਸਾਇਟੀ ਬਣੀ ਤੇ ਸਭ ਤੋਂ ਪਹਿਲੀ ਕਾਲ ਕਰੋਨਾ ਦੇ ਸਮੇਂ ਤੁਹਾਨੂੰ ਕਿੱਥੋਂ ਆਈ? ਸਾਨੂੰ ਸਭ ਤੋਂ ਪਹਿਲੀ ਕਾਲ ਆਈ ਜੀ ਸਾਡੇ ਮੇਰੇ ਫਰੈਂਡ ਨੇ ਜਲੰਧਰ ਸਿਟੀ ਲਾਈਵ ਤੋਂ, ਰਮੇਸ਼ ਨਈਅਰ ਜੀ। ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਜੀ ਇੱਕ ਡੈਥ ਹੋਈ ਹੈ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਉਹ ਮਤਲਬ ਆਪ ਕੁਆਰੰਟਾਈਨ ਨੇ, ਉਹਨਾਂ ਦੇ ਮਦਰ, ਤੇ ਉਹ ਕਰਮੇਸ਼ਨ ਕਰ ਨਹੀਂ ਪਾਣਗੇ ਤੇ ਤੁਹਾਡੀ ਹੈਲਪ ਦੀ ਲੋੜ ਹੈ ਜੀ। ਤੇ ਅਸੀਂ ਫਿਰ ਮੈਂ ਸਾਰੇ ਆਪਣੇ ਵੀਰਾਂ ਦੇ ਨਾਲ ਗੱਲਬਾਤ ਕਰਕੇ ਤੇ ਅਸੀਂ ਉੱਥੇ ਪਹੁੰਚੇ। ਉੱਥੇ ਜਦੋਂ ਪਹੁੰਚਿਆ ਤੇ ਓਨਲੀ 22 ਇਅਰਸ 올ਡ ਲੜਕੀ ਸੀਗੀ ਜਿੰਦੀ ਡੈਥ ਹੋਈ ਡਿਊ ਟੂ ਕਰੋਨਾ, ਔਰ ਉਹਦਾ ਬ੍ਰਦਰ ਸੀ। ਅਸੀਂ ਉਹਨਾਂ ਦੇ ਨਾਲ ਮਿਲ ਕੇ ਉੱਥੇ ਕਰਮੇਸ਼ਨ ਦੀ ਸੇਵਾ ਕੀਤੀ। ਸਭ ਤੋਂ ਪਹਿਲਾ ਸੰਸਕਾਰ ਜਿਹੜਾ ਆ ਉਹ ਦਕੋਏ ਹੋਇਆ ਜੀ। ਤੇ ਤੁਹਾਡੇ ਪਰਿਵਾਰ ਨੂੰ ਪਤਾ ਸੀਗਾ ਕਿ ਤੁਸੀਂ ਇਹ ਸੁਸਾਇਟੀ ਬਣਾਈ ਆ ਤੇ ਤੁਸੀਂ ਇਹ ਕਾਰਜ ਕਰ ਰਹੇ ਹੋ? ਨਹੀਂ, ਪਰਿਵਾਰ ਨੂੰ ਸਭ ਤੋਂ ਪਹਿਲਾਂ ਤਾਂ ਮਤਲਬ ਇਸ ਚੀਜ਼ ਦਾ ਪਤਾ ਸੀਗਾ ਕਿ ਇਹ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਚੱਲ ਰਹੀ ਹੈ, NGO ਚਲਾ ਰਹੇ ਹਾਂ, ਲੋੜਵੰਦ ਪਰਿਵਾਰਾਂ ਦੀ ਅਸੀਂ ਹੈਲਪ ਕਰ ਰਹੇ ਹਾਂ, ਰਾਸ਼ਨ ਦੇ ਰਹੇ ਹਾਂ ਜਾਂ ਮੈਡੀਸਿਨ ਦੇ ਰਹੇ ਹਾਂ, ਜਾਂ ਡਿਊ ਟੂ ਨੀਡੀ ਜੋ ਵੀ ਨੀਡੀ ਪੀਪਲਸ ਸੀਗੇ ਉਹਨਾਂ ਦੀ ਮਦਦ ਕਰ ਰਹੇ ਸੀਗੇ। ਜਦੋਂ ਇਹ ਕਰੋਨਾ ਸਟਾਰਟ ਹੋਇਆ ਤੇ ਤੁਹਾਨੂੰ ਵੀ ਪਤਾ ਕਿ ਵੀਰ ਜੀ ਉਦੋਂ ਮਤਲਬ ਹਰ ਕੋਈ ਪੈਨਿਕ ਸੀਗਾ, ਬਹੁਤ ਜ਼ਿਆਦਾ ਕਰੋਨਾ ਦਾ ਲੋਕਾਂ ਦੇ ਅੰਦਰ ਡਰ ਸੀਗਾ। ਉਹ ਡਰ ਸਾਡੇ ਅੰਦਰ ਵੀ ਸੀ ਜੀ। ਉਹ ਡਰ ਸਾਡੇ ਅੰਦਰ ਵੀ ਸੀ, ਮੇਰੇ ਪਰਿਵਾਰ ਵਿੱਚ ਵੀ ਸੀ, ਮੇਰੀ ਫੈਮਿਲੀ 'ਚ ਵੀ ਸੀ, ਕਿਉਂਕਿ ਆਪਾਂ ਜਾਣਦੇ ਹਾਂ ਭਲੀ ਭਾਂਤੀ ਕਿ ਉਹ ਕੋਈ ਰਾਸ਼ਨ ਜਾਂ ਕੋਈ ਸਮਾਨ ਅਸੀਂ ਲੈ ਕੇ ਆਉਂਦੇ ਸੀ ਤੇ ਬਾਹਰ ਰੱਖ ਦਿੰਦੇ ਸੀਗੇ ਤੇ ਉਹਨੂੰ 24 ਘੰਟਿਆਂ ਬਾਅਦ ਅੰਦਰ ਲੈ ਕੇ ਆਣਾ ਜਾਂ ਬਾਹਰ ਜਾਣਾ ਹੀ ਨਹੀਂ, ਆਂਢੀ ਗੁਆਂਢੀ ਨੂੰ ਕਿਸੇ ਨੂੰ ਮਿਲਣਾ ਨਹੀਂ, ਕਿਸੇ ਨੂੰ ਟੱਚ ਨਹੀਂ ਕਰਨਾ। ਚਲੋ ਉਹਨਾਂ ਦਿਨਾਂ ਦੇ ਵਿੱਚ ਵੀ ਸਾਡੀ ਸੰਸਥਾ ਵੱਲੋਂ ਆਪਣੇ ਜਿਸ ਲੋਕੇਸ਼ਨ ਦੇ ਵਿੱਚ ਅਸੀਂ ਰਹਿੰਦੇ ਸੀਗੇ ਜਾਂ ਲਾਗੇ ਤਾਗੇ ਅਸੀਂ ਸੈਨੀਟਾਈਜ਼ ਕਰਦੇ ਰਹੇ, ਉਹ ਸੇਵਾਵਾਂ ਗੁਰੂ ਰਾਮਦਾਸ ਜੀ ਨੇ ਲਈਆਂ। ਤੇ ਉਹ ਜਦੋਂ ਇਹ ਸੰਸਕਾਰ ਦੀ ਸੇਵਾ ਸ਼ੁਰੂ ਕੀਤੀ ਗਈ, ਉਹ ਸਾਡੀ ਪਰਿਵਾਰ ਨੂੰ, ਸਾਡੀ ਫੈਮਿਲੀ ਨੂੰ ਬਿਲਕੁਲ ਨਹੀਂ ਸੀ ਪਤਾ। ਅੱਛਾ। ਪਹਿਲੇ ਦਿਨ ਅਸੀਂ ਸੰਸਕਾਰ ਕੀਤਾ, ਜਾ ਕੇ ਕੇਸੀ ਇਸ਼ਨਾਨ ਕੀਤਾ, ਨਹਾਤੇ, ਤੇ ਵਾਈਫ ਨੇ ਪੁੱਛਿਆ ਕਿ ਅੱਜ ਤੁਸੀਂ ਇਦਾਂ ਮਤਲਬ, ਮੈਂ ਕਿਹਾ ਹਸਪੀਟਲ ਗਏ ਸੀ ਬਲੱਡ ਡੋਨੇਟ ਕਰਨ, ਤਾਂ ਉਹਦੇ ਕਰਕੇ ਮੈਂ ਕਹਿੰਦਾ ਹਸਪੀਟਲ 'ਚ ਇਨਫੈਕਸ਼ਨ ਹੁੰਦੀ ਹੈ ਤਾਂ ਕਰਕੇ ਮੈਂ ਇਸ਼ਨਾਨ ਕੀਤਾ। ਦੂਜਾ ਕਰਮੇਸ਼ਨ ਅਗਲੇ ਦਿਨ 2 ਸੰਸਕਾਰ ਹੋਏ, ਉਸ ਤੋਂ ਅਗਲੇ ਦਿਨ 4 ਸੰਸਕਾਰ ਹੋਏ, ਕਿਉਂਕਿ ਨਿਰੰਤਰ ਲਾਸਟ ਈਅਰ ਦੇ ਵਿੱਚ 8, 9, 10 ਮੌਤਾਂ, ਜਿੱਦਾਂ ਕਿ ਅੱਜ ਵੀ ਲਗਾਤਾਰ 11 ਮੌਤਾਂ ਹੋ ਰਹੀਆਂ ਨੇ। ਜਲੰਧਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਵਾਈਫ ਨੇ ਪੁੱਛਿਆ, ਇੱਕ ਵਾਰੀ ਦੱਸ ਦਿੱਤਾ, 2 ਵਾਰੀ ਦੱਸ ਦਿੱਤਾ, ਹੁਣ ਬਾਰ-ਬਾਰ ਝੂਠ ਨਹੀਂ ਸੀ ਬੋਲਿਆ ਜਾ ਸਕਦਾ। ਫਿਰ ਨਿਊਜ਼ਪੇਪਰ ਦੇ ਵਿੱਚ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਜਦੋਂ ਆਖਰੀ ਉਮੀਦ ਸੰਸਥਾ ਬਾਰੇ ਦੱਸਿਆ ਗਿਆ ਤੇ ਉਹ ਘਰਦਿਆਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਕਿ ਤੁਸੀਂ ਇਹ ਸੇਵਾ ਨਹੀਂ ਕਰਨੀ, ਬਟ ਮੈਂ ਆਪਣੇ ਘਰਦਿਆਂ ਨੂੰ ਬੇਨਤੀ ਕੀਤੀ ਔਰ ਆਪਣੇ ਘਰਦਿਆਂ ਨੂੰ ਸਮਝਾਇਆ, ਮੰਮੀ ਪਾਪਾ ਨੂੰ ਆਪਣਿਆਂ ਨੂੰ ਦੱਸਿਆ ਕਿ ਬਜ਼ੁਰਗ ਸੀਗੇ ਬਿਲਕੁਲ ਕਿ ਤੁਸੀਂ ਵੀ ਇੱਧਰ ਸਾਨੂੰ ਮਿਲਣ ਨਾ, ਉਹ ਆਪਣਾ ਸੈਪਰੇਟ ਰਹਿੰਦੇ ਸੀਗੇ ਤੇ ਲੇਕਿਨ ਮੇਰੇ ਮਾਪਿਓ ਨੇ, ਮੇਰੇ ਮੰਮੀ ਡੈਡੀ ਨੇ, ਮੇਰੇ ਵਾਈਫ ਨੇ ਮੇਰੇ ਨਾਲ ਬੜਾ ਕੋਆਪਰੇਟ ਕੀਤਾ ਔਰ ਮੈਨੂੰ ਬੜਾ ਉਹਨਾਂ ਨੇ ਅਸੀਸਾਂ ਦਿੱਤੀਆਂ, ਆਸ਼ੀਰਵਾਦ ਦਿੱਤਾ ਕਿ ਚਲੋ ਇਹ ਸੇਵਾ ਤੁਸੀਂ ਕਰ ਰਹੇ ਹੋ, ਕਰੋ, ਅਸੀਂ ਤੁਹਾਨੂੰ ਮੋੜਾਂਗੇ ਨਹੀਂ, ਬਟ ਆਪਣਾ ਪੂਰਾ ਪਰਹੇਜ਼ ਰੱਖ ਕੇ, ਧਿਆਨ ਰੱਖ ਕੇ। ਸਰ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਇਹ ਸੁਸਾਇਟੀ ਦੇ ਨਾਲ ਜਾਂ ਸਰ ਹੁਣਾਂ ਨਾਲ ਕਿੱਦਾਂ ਮਿਲੇ? ਅਸੀਂ ਦੋਨੋਂ ਬਚਪਨ ਦੇ ਫਰੈਂਡ ਆ। ਅੱਛਾ ਜੀ। ਔਰ ਕਾਫੀ ਸਾਲ ਪੁਰਾਣੇ। ਤੋ ਜਦੋਂ 2018 'ਚ ਸੁਸਾਇਟੀ ਬਣੀ ਸੀ ਉਦੋਂ ਇਕੱਠੇ ਸੀਗੇ ਤੇ ਉਸੇ ਤਰ੍ਹਾਂ ਹੀ ਇਹਨਾਂ ਨਾਲ ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਜੁੜਿਆ ਹੋਇਆ। ਜੀ। ਤੇ ਤੁਹਾਡੇ ਘਰਦਿਆਂ ਨੇ ਕੁਝ ਨਹੀਂ ਕਿਹਾ ਜਦੋਂ ਤੁਸੀਂ ਦੱਸਿਆ ਕਿ ਜਿਹੜਾ ਕੋਵਿਡ ਦੇ ਵਿੱਚ ਤੁਸੀਂ ਸੰਸਕਾਰ ਦੀ ਸੇਵਾ ਨਿਭਾ ਰਹੇ ਹੋ? ਦੇਖੋ ਜੀ, ਹਰ ਘਰ ਕਹਿੰਦਾ ਹੀ ਹੈ ਜੀ, ਕਹਿੰਦੇ ਤਾਂ, ਕਿਉਂਕਿ ਡਰ ਇੰਨਾ ਸੀ, ਕੋਵਿਡ ਦਾ ਡਰ ਹਰ ਪਰਿਵਾਰ 'ਚ ਸੀ, ਬਟ ਪ੍ਰੀਕਾਸ਼ਨ ਲੈ ਕੇ ਅਸੀਂ ਕਰਦੇ ਸੀ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਸਭ ਠੀਕ ਚੱਲ ਰਿਹਾ। ਕੋਈ ਵੀ ਇਨਫੈਕਟ ਨਹੀਂ ਹੋਇਆ ਪਰਿਵਾਰ ਦੇ, ਮਤਲਬ ਇਹਨਾਂ ਮੈਂ ਉਹੀ ਦੱਸਿਆ ਸੀ ਤੁਹਾਨੂੰ ਪਹਿਲੇ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੀ ਇਹ ਸੇਵਾ ਸੰਸਕਾਰ ਦੀ ਨਿਭਾਈ ਜਾ ਰਹੀ ਸੀਗੀ, ਇਹਨਾਂ ਦੇ ਵਿੱਚ ਜਿੰਨੇ ਵੀ ਵਲੰਟੀਅਰ ਜਾਂ ਜਿੰਨੇ ਵੀ ਵੀਰਾਂ ਨੇ ਸਾਡੇ ਨਾਲ ਹੋ ਕੇ ਸੰਸਕਾਰ ਦੀ ਸੇਵਾ ਕੀਤੀ ਜਾਂ ਉਸ ਪਰਮਾਤਮਾ ਨੇ, ਵਾਹਿਗੁਰੂ ਨੇ ਸਾਡੇ ਕੋਲੋਂ ਲਈ, ਉਹਨਾਂ ਵੀਰਾਂ ਦੇ ਘਰ ਦੇ ਜੀ
ਮਤਲਬ ਘਰ ਦੇ ਜੀਆਂ ਨੂੰ ਵੀ ਕਰੋਨਾ ਤੋਂ ਇਨਫੈਕਟ ਕੋਈ ਨਹੀਂ ਹੋਇਆ। ਇੰਨੀ ਕਿਰਪਾ ਉਸ ਗੁਰੂ ਰਾਮਦਾਸ ਜੀ ਦੀ ਹਮੇਸ਼ਾ ਹੀ ਸਾਡੀ ਸੰਸਥਾ ਦੇ ਉੱਤੇ ਬਣੀ ਰਹੀ ਔਰ ਬਣੀ ਰਹੇ ਜੀ। ਤੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ, ਕਿਉਂਕਿ ਗਵਰਨਮੈਂਟ ਵੀ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਕਿ ਲੋਕਾਂ ਨੂੰ ਸਮਝਾਇਆ ਜਾਵੇ, ਅਵੇਅਰ ਕੀਤਾ ਜਾਵੇ ਕਿ ਕੋਵਿਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ, ਹਨਾ। ਤੇ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਇਹ ਸਾਰੀਆਂ ਸੇਵਾਵਾਂ ਨਿਭਾ ਰਹੇ ਸੀਗੇ ਤੇ ਉਦੋਂ ਤੁਹਾਨੂੰ ਪ੍ਰਸ਼ਾਸਨ ਨੇ ਕਿੰਨੀ ਕੁ ਮਦਦ ਕੀਤੀ ਇਸ ਵਿੱਚ? ਦੇਖੋ ਜੀ, ਪ੍ਰਸ਼ਾਸਨ ਦੀ ਸਾਨੂੰ ਬਹੁਤ ਸਪੋਰਟ ਰਹੀ ਹੈ, ਬਹੁਤ ਹੈਲਪ ਰਹੀ ਹੈ। ਮੈਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਾਂ ਜਾਂ ਆਪਣੇ ਸਿਵਲ ਹਸਪੀਟਲ ਦੀ ਟੀਮ ਦੀ ਗੱਲ ਕਰਾਂ, ਉਹ ਸਿਵਲ ਹਸਪੀਟਲ ਤੋਂ ਸਾਨੂੰ ਕਿਟਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀਗੀਆਂ। ਪੀਪੀ ਕਿਟਸ ਪ੍ਰੋਵਾਈਡ ਕਰਕੇ, ਪੀਪੀ ਕਿਟਸ ਵੇਅਰ ਕਰਕੇ ਹੀ ਅਸੀਂ ਸੰਸਕਾਰ ਕਰਦੇ ਸੀਗੇ। ਤੇ ਉਹਦੇ ਨਾਲ ਨਾਲ ਜਦੋਂ ਅਸੀਂ ਸੰਸਕਾਰ ਦੀ ਸੇਵਾ ਕਰਦੇ ਸੀਗੇ, ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਿਰਪਾ ਸੀਗੀ ਉਹ ਅਕਾਲ ਪੁਰਖ ਵਾਹਿਗੁਰੂ ਦੀ, ਕਿ ਜਦੋਂ ਅਸੀਂ ਉੱਥੇ ਚੌਪਈ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਜਦੋਂ ਅਸੀਂ ਅਰਦਾਸ ਕਰਦੇ ਸੀ, ਉਸ ਅਰਦਾਸ ਦੇ ਵਿੱਚ ਉਸ ਮਹਾਰਾਜ ਦੇ ਕੋਲੋਂ ਅਸੀਂ ਮਾਫੀ ਮੰਗ ਲੈਂਦੇ ਸੀਗੇ ਕਿ ਹੇ ਪ੍ਰਮਾਤਮਾ, ਕਿ ਸਾਡੇ ਵਾਹਿਗੁਰੂ ਜੀ, ਅਗਰ ਸਾਡੇ ਕੋਲੋਂ ਸੰਸਕਾਰ ਕਰਦਿਆਂ ਕਿਸੇ ਤਰੀਕੇ ਦੀ ਕੋਈ ਗਲਤੀ ਭੁੱਲ ਚੁੱਕ ਹੋਈ ਹੈ ਤਾਂ ਸਾਨੂੰ ਮਾਫ ਕਰਨਾ। ਤਾਂ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਬੜੀ ਕਿਰਪਾ ਰੱਖੀ ਜੀ, ਤੇ ਸਾਰਿਆਂ ਨੂੰ ਬਚਾ ਕੇ ਰੱਖਿਆ। ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਕਿ ਉਸ ਕਰੋਨਾ ਕਾਲ ਦੇ ਚਲਦਿਆਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਜਿੰਨੇ ਵਲੰਟੀਅਰ ਸੀਗੇ, ਕੋਈ ਮਤਲਬ ਦੂਰੋਂ ਆ ਰਿਹਾ, ਕੋਈ ਨੇੜਿਓਂ ਆ ਰਿਹਾ, ਉਹ ਆਪਣਾ ਆਈ ਕਾਰਡ ਪਾ ਕੇ ਅਗਰ ਜਾ ਰਹੇ ਸੀਗੇ ਤੇ ਕਿਸੇ ਵੀ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕਿੰਤੂ ਪਰੰਤੂ ਨਹੀਂ ਕੀਤਾ। ਸੇਵਾ ਵਾਸਤੇ ਉਹਨਾਂ ਨੇ ਸਾਨੂੰ ਹਰ ਜਗ੍ਹਾ ਦੇ ਉੱਤੇ ਆਣ ਜਾਣ ਦਿੱਤਾ ਜੀ, ਔਰ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜੀ। ਅੱਜ ਤੱਕ ਤੁਹਾਡੀ ਸੁਸਾਇਟੀ ਦੇ ਵਿੱਚ ਕਿੰਨੇ ਹੁਣ ਵਿਅਕਤੀ ਜਿਹੜੇ ਕੰਮ ਕਰ ਰਹੇ ਨੇ? ਦੇਖੋ ਜੀ, ਕੰਮ ਇੱਕੋ ਹੀ ਕਰ ਰਹੀ ਹੈ ਲੜਕੀ ਹੈ, ਮੈਡਮ ਨੇ, ਜਿਹੜੇ ਕਿ ਉੱਥੇ ਟੀਚਰ ਸੀਗੇ, ਡਿਊ ਟੂ ਕਰੋਨਾ ਉਹਨਾਂ ਦੀ ਜੌਬ ਚਲੇ ਗਈ। ਅੱਜ ਉਹ ਉੱਥੇ, ਮੈਂ ਇਹ ਸੋਚਦਾ ਕਿ ਉਹ ਕੰਮ ਨਹੀਂ ਕਰ ਰਹੇ, ਉਹ ਵੀ ਸੇਵਾ ਹੀ ਨਿਭਾ ਰਹੇ ਨੇ ਨਾਲ, ਕਿਉਂਕਿ ਉੱਥੇ ਲੰਗਰ ਤਿਆਰ ਕਰਦੇ ਨੇ। ਹੁਣ ਅਸੀਂ ਤੁਹਾਡੇ ਕੋਲ ਬੈਠੇ ਹਾਂ ਇਸ ਟਾਈਮ, ਉਹ ਆਫਿਸ ਦਾ ਪੂਰਾ ਧਿਆਨ ਰੱਖਦੇ ਨੇ। ਜਿਸ ਕਿਸੇ ਨੂੰ 11 ਰੁਪਏ ਦੇ ਵਿੱਚ ਕੱਪੜੇ ਚਾਹੀਦੇ, ਕੁਝ ਸਮਾਨ ਚਾਹੀਦਾ, ਉੱਥੇ ਉਹ ਲੋਕੀ ਲੈ ਰਹੇ ਨੇ। ਔਰ ਬਹੁਤ ਵੱਡੀ ਉਹਨਾਂ ਦੀ ਸੇਵਾ ਹੈ ਕਿ ਮਾਰਨਿੰਗ ਦੇ ਵਿੱਚ ਉਹ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਉਹ ਸੇਵਾ ਨਿਭਾ ਰਹੇ ਨੇ। ਵਾਹ। ਤੇ ਬਾਕੀ ਸੇਵਾਦਾਰਾਂ ਦੀ ਗੱਲ ਕਰੀਏ, ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਕਿ ਸਾਡੀ ਉਸ ਸੰਸਥਾ ਦੇ ਵਿੱਚ ਕੋਈ ਵੀ ਸੈਲਰੀਡ ਪਰਸਨ ਨਹੀਂ ਹੈ। ਕਿਸੇ ਨੂੰ ਵੀ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਮੈਡਮ ਨੂੰ ਛੋੜ ਕੇ ਤਨਖਾਹ ਨਹੀਂ ਦਿੱਤੀ ਜਾਂਦੀ। ਹਰ ਕੋਈ ਸੇਵਾਦਾਰ ਹੀ ਹੈ ਉੱਥੇ, ਹਰ ਕੋਈ ਉੱਥੇ ਸੇਵਾ ਨਿਭਾ ਰਿਹਾ। ਮੇਰੇ ਕੋਲ 2 ਘੰਟੇ ਦਾ ਸਮਾਂ ਹੈ, ਮੈਂ ਆਪਣੇ ਪ੍ਰੋਫੈਸ਼ਨ ਤੋਂ, ਮੇਰਾ ਪ੍ਰੋਫੈਸ਼ਨ ਕੁਝ ਹੋਰ ਹੈ ਜੀ, ਮੈਂ ਉਹਦੇ ਤੋਂ ਟਾਈਮ ਨਿਕਾਲ ਕੇ 2 ਘੰਟੇ 3 ਘੰਟੇ ਜੋ ਟਾਈਮ ਨਿਕਲਦਾ, ਜਿੱਦਾਂ ਦੀਪਕ ਰਾਜਪਾਲ ਜੀ ਨੇ, ਇਹਨਾਂ ਕੋਲ ਜੋ ਟਾਈਮ ਨਿਕਲਦਾ ਜਾਂ ਹੋਰਾਂ ਕੋਲ ਜਿੰਨਾ ਟਾਈਮ ਮਿਲਦਾ, ਉਹ ਉੱਥੇ ਆ ਜਾਂਦੇ ਨੇ। ਸਭ ਦਾ ਮਿਲ ਜੁਲ ਕੇ ਹੈ ਜੀ। ਜੀ। ਅਰਬਨ ਸਟੇਟ ਤੋਂ ਇੱਕ ਅੰਕਲ ਸੀਗੇ, ਸਾਨੂੰ ਉਹਨਾਂ ਦੀ ਕਾਲ ਆਈ ਕਿ ਇਦਾਂ ਅਸੀਂ ਤੁਹਾਡੀ ਸੰਸਥਾ ਬਾਰੇ ਦੇਖਿਆ, ਮੈਨੂੰ ਬਹੁਤ ਅੱਛਾ ਲੱਗਾ ਤੇ ਮੈਂ ਰਿਟਾਇਰਡ ਪਰਸਨ ਹਾਂ ਤੇ ਮੈਂ ਤੁਹਾਡੇ ਨਾਲ ਜੁੜ ਕੇ ਸੇਵਾ ਕਰਨਾ ਚਾਹੁੰਦਾ। ਮੈਂ ਕਿਹਾ ਜੀ ਮੋਸਟ ਵੈਲਕਮ, ਜੀ ਆਇਆਂ ਨੂੰ। ਉਹ ਫਿਰ ਆਂਦੇ ਸੀਗੇ ਮਾਰਨਿੰਗ ਦੇ ਵਿੱਚ, ਉਹਨਾਂ ਨੇ 10:30 11 ਵਜੇ ਸਾਡੇ ਕੋਲ ਆ ਜਾਣਾ, ਦੈਨ ਉਹਨਾਂ ਨੇ 4-5 ਵਜੇ ਤੱਕ ਸਾਡੇ ਕੋਲ ਉੱਥੇ ਸੇਵਾ ਕਰਨੀ ਜੀ। ਬਟ ਡਿਊ ਟੂ ਕਰੋਨਾ ਉਹਨਾਂ ਦੇ ਘਰਦਿਆਂ ਨੇ ਵੀ ਉਹਨਾਂ ਨੂੰ ਥੋੜਾ ਜਿਹਾ ਕਿਹਾ ਕਿ ਤੁਸੀਂ ਉੱਥੇ ਘੱਟ ਜਾਇਆ ਕਰੋ, ਉਹ ਇਸ ਟਾਈਮ ਨਹੀਂ ਆ ਰਹੇ। ਬਾਕੀ ਹੋਰ ਲਗਾਤਾਰ ਨਿਰੰਤਰ ਜਿੱਦਾਂ ਪਬਲਿਕ ਵਧੀ ਜਾ ਰਹੀ ਹੈ, ਜਿੱਦਾਂ ਆਖਰੀ ਉਮੀਦ NGO ਬਾਰੇ ਲੋਕਾਂ ਨੂੰ ਪਤਾ ਲੱਗ ਰਿਹਾ, ਉਹ ਜਾਗਰੂਕ ਹੋ ਰਹੇ ਨੇ, ਸਾਡੇ ਨਾਲ ਚੱਲ ਰਹੇ ਨੇ। ਸਾਡੇ ਸੰਸਕਾਰ ਦੀ ਸੇਵਾ ਕਰਨ ਦਾ ਮੁੱਖ ਇਹੀ ਸੀਗਾ ਕਿ ਲੋਕਾਂ ਨੂੰ ਕਰੋਨਾ ਤੋਂ ਮਤਲਬ ਡਰਨਾ ਜ਼ਰੂਰੀ ਹੈ, ਬਟ ਆਪਣਾ ਕਰਮ ਔਰ ਧਰਮ ਨਹੀਂ ਭੁੱਲਣਾ। ਜੀ ਸਰ, ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਨੇ ਤੇ ਤੁਹਾਡੇ NGO ਦੇ ਬਾਰੇ ਹੋਰ ਵੀ ਗੱਲਾਂ ਕਰਾਂਗੇ, ਪਰ ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਨੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਉਹਨਾਂ ਚਿਹਰਿਆਂ ਦੇ ਨਾਲ ਰੂਬਰੂ ਕਰਵਾ ਰਹੇ ਹਾਂ ਜਿਹੜੇ ਕਿ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸੋ ਅਸੀਂ ਅੱਗੇ ਗੱਲਬਾਤ ਦਾ ਸਿਲਸਿਲਾ ਹੁਣ ਸ਼ੁਰੂ ਕਰਦੇ ਹਾਂ। ਸਰ, ਹੁਣ ਗੱਲ ਕਰਦੇ ਹਾਂ ਕਿ 11/11 ਜਿਹੜਾ 11/11 ਦੇ ਨਾਮ ਤੋਂ ਤੁਸੀਂ ਇੱਕ ਆਫਿਸ ਖੋਲਿਆ, ਉਸ ਦੇ ਵਿੱਚ ਤੁਸੀਂ ਹਿੰਟ ਤਾਂ ਪਹਿਲਾਂ ਦੇ ਹੀ ਦਿੱਤਾ ਕੀ ਹੈ, ਤੇ ਉਹਦਾ ਥੋੜਾ ਜਿਹਾ ਡਿਟੇਲ ਦੇ ਵਿੱਚ ਸਾਨੂੰ ਦੱਸੋ ਕਿ ਐਕਚੁਅਲ ਦੇ ਵਿੱਚ ਉੱਥੇ ਕੰਮ ਕੀ ਹੋ ਰਿਹਾ। ਠੀਕ ਹੈ ਜੀ, ਉੱਥੇ ਸੇਵਾਵਾਂ ਹੀ ਸਾਰੀਆਂ ਨਿਭਾਈਆਂ ਜਾ ਰਹੀਆਂ ਜੀ। 11 ਰੁਪਏ ਦੇ ਵਿੱਚ ਜਦੋਂ ਅਸੀਂ ਸਾਰੇ ਜਣਾਂ ਨੇ ਆਪਸ ਬੈਠ ਕੇ ਇੱਕ ਮੀਟਿੰਗ ਕੀਤੀ ਗਈ ਸਾਡੀ ਸੰਸਥਾ ਵੱਲੋਂ, ਡਿਊ ਟੂ ਕਰੋਨਾ ਬੜੇ ਲੋਕ, ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦੀ ਜਾਂ ਤਾਂ ਜੌਬ ਚਲੇ ਗਈ, ਜਾਂ ਜੌਬ ਚਲੇ ਗਈ, ਜਾਂ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਸੀਗੀਆਂ, ਸੈਲਰੀਆਂ ਸੀਗੀਆਂ, ਉਹ ਅੱਧੀਆਂ ਰਹਿ ਗਈਆਂ ਜੀ। ਤਾਂ ਉਹਨਾਂ ਦੇ ਘਰ ਦੇ ਜਿਹੜੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਸੀਗਾ।
ਔਰ ਇਸ ਕਰੋਨਾ ਕਾਲ ਦੇ ਚਲਦਿਆਂ ਉਹਨਾਂ ਜਿਹੜੇ ਪਰਿਵਾਰਾਂ ਦੇ ਜਿਨ੍ਹਾਂ ਦੀ ਜੌਬ ਚਲੇ ਗਈ ਜਾਂ ਸੈਲਰੀਆਂ ਅੱਧੀਆਂ ਰਹਿ ਗਈਆਂ, ਔਰ ਬੜਾ ਸਮਾਜ ਦੇ ਵਿੱਚ ਬਹੁਤ ਇਨਸਾਨ ਇਸ ਤਰ੍ਹਾਂ ਦੇ ਸੀਗੇ ਜਾਂ ਸਮਾਜ ਦੇ ਵਿੱਚ ਜਿਹੜੀ ਲੋਕਾਂ ਦੀ ਮੁੱਖ ਜ਼ਰੂਰਤ ਸੀਗੀ ਉਹ ਸੀਗੀ ਰੋਟੀ, ਕੱਪੜਾ ਤੇ ਦਵਾਈ। ਔਰ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਨਵੰਬਰ ਮਹੀਨੇ ਦੇ ਵਿੱਚ। ਸਾਡੀ ਸੰਸਥਾ ਵੱਲੋਂ ਬਸਤੀ ਸ਼ੇਖ ਰੋਡ ਦੇ ਉੱਤੇ ਇੱਕ ਆਫਿਸ ਓਪਨ ਕੀਤਾ ਗਿਆ। ਉਸ ਆਫਿਸ ਦੇ ਉੱਪਰ ਰੈਂਟ ਦੇ ਉੱਤੇ ਉਹ ਜਗ੍ਹਾ ਆ ਜੀ, ਲੇਕਿਨ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਅਗਰ ਅਸੀਂ ਕੋਈ ਰੈਂਟ ਦੇ ਉੱਤੇ ਕੋਈ ਜਗ੍ਹਾ ਲੈਂਦੇ ਆ ਤਾਂ ਉਹ ਮਾਰਕੀਟ 'ਚ ਦੁਕਾਨ ਲੈਂਦੇ ਆ, ਕੋਈ 5-7-8 ਹਜ਼ਾਰ ਰੁਪਏ ਦੇ ਉੱਤੇ ਦੁਕਾਨ ਮਿਲਦੀ ਹੈ ਜੀ, ਬਟ ਉਹ ਬੈਂਕ ਆਫ ਬੜੌਦਾ ਦੀ ਬਿਲਡਿੰਗ ਹੈ, ਉਹਦੇ ਉੱਪਰ ਹਾਲ ਹੈ ਜੀ ਬਹੁਤ ਵੱਡਾ ਜੀ। ਔਰ ਉਹ ਜਿਹੜੇ ਓਨਰ ਸੀਗੇ, ਓਨਰ ਨੇ ਸਾਨੂੰ ਉਹ ਬਿਲਡਿੰਗ ਬਹੁਤ ਹੀ ਘੱਟ ਕਿਰਾਏ ਦੇ ਉੱਤੇ ਦਿੱਤੀ ਔਰ ਉਹਨਾਂ ਵੱਲੋਂ ਬਹੁਤ ਵੱਡਾ ਇਸ ਚੀਜ਼ ਦਾ ਯੋਗਦਾਨ ਹੈ ਔਰ ਬਹੁਤ ਵੱਡੀ ਸੇਵਾ ਆ। ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਵੱਡਾ ਯੋਗਦਾਨ ਸਾਡੀ ਸੰਸਥਾ ਵਾਸਤੇ ਪਾਇਆ ਜੀ। ਔਰ ਉਸ ਸੰਸਥਾ ਦੇ ਵਿੱਚ 11 ਰੁਪਏ ਦੇ ਵਿੱਚ ਕੱਪੜਾ, 11 ਰੁਪਏ ਦੇ ਵਿੱਚ ਦੁਪਹਿਰ ਦਾ ਖਾਣਾ ਔਰ 11 ਰੁਪਏ ਦੇ ਵਿੱਚ ਦਵਾਈ, ਇਹ ਉਹਨਾਂ ਲੋੜਵੰਦਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਹੜੇ ਕਿ ਇਸ ਟਾਈਮ ਬਹੁਤ ਜ਼ਿਆਦਾ ਨੀਡੀ ਪੀਪਲ ਨੇ ਜੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਕੱਪੜੇ ਪਹਿਲੇ ਬਿਲਕੁਲ ਫ੍ਰੀ ਦਿੱਤੇ ਜਾਂਦੇ ਸੀਗੇ, ਬਟ ਫ੍ਰੀ ਜਦੋਂ ਕੱਪੜੇ ਦਿੱਤੇ ਜਾਂਦੇ ਸੀਗੇ, ਵੰਡੇ ਜਾਂਦੇ ਸੀਗੇ, ਉਹਦੇ ਵਿੱਚ ਸਾਨੂੰ ਦੇਖਣ 'ਚ ਕੀ ਆਇਆ ਕਿ ਕੁਝ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਜਿਸ ਲੋੜਵੰਦ ਦੀ ਜ਼ਰੂਰਤ ਹੈ ਕਿ 2 ਕੱਪੜਿਆਂ ਦੀ, ਬਟ ਉਹ 20 ਕੱਪੜੇ ਸਾਡੇ ਕੋਲੋਂ ਲੈ ਜਾਂਦੇ ਸੀਗੇ ਔਰ ਲਿਜਾ ਕੇ ਉਹ ਅਗਾਂਹ ਕਿਤੇ ਉਹਨਾਂ ਨੇ ਟੱਪ ਲੈ ਲਈ, ਬਾਲਟੀ ਲੈ ਲਈ ਜਾਂ ਸੇਲ ਕਰਨੇ ਸਟਾਰਟ ਕਰ ਦਿੱਤੇ। ਤੇ ਕੁਝ ਪਰਿਵਾਰ ਸਾਡੇ ਕੋਲ ਇਸ ਤਰ੍ਹਾਂ ਦੇ ਆਏ ਕਿ ਅਸੀਂ ਫ੍ਰੀ ਕੱਪੜਾ ਨਹੀਂ ਲੈ ਕੇ ਜਾਵਾਂਗੇ, ਕੁਝ ਇਹਦੀ ਭੇਟਾ ਹੋਣੀ ਚਾਹੀਦੀ ਹੈ। ਫਿਰ ਉਹਦੇ ਕਰਕੇ ਅਸੀਂ ਇਹਦੀ ਇੱਕ 11 ਰੁਪਏ ਭੇਟਾ ਸਟਾਰਟ ਕਰ ਦਿੱਤੀ। ਉਸ 11 ਰੁਪਏ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਪਰਿਵਾਰ ਦੇ ਕੋਲੋਂ ਜਾਂ ਕਿਸੇ ਦੇ ਘਰ ਦੇ ਵਿੱਚੋਂ ਜਦੋਂ ਉਹ ਕੱਪੜੇ ਆਉਂਦੇ ਨੇ, ਸਭ ਤੋਂ ਪਹਿਲਾਂ ਉਸ ਕੱਪੜੇ ਨੂੰ ਵਾਸ਼ ਕੀਤਾ ਜਾਂਦਾ ਹੈ। ਵਾਸ਼ ਕਰਨ ਤੋਂ ਬਾਅਦ ਉਸ ਕੱਪੜੇ ਨੂੰ ਪ੍ਰੈਸ ਕੀਤਾ ਜਾਂਦਾ ਹੈ ਔਰ ਉਹਦੇ ਉੱਤੇ ਜੋ ਖਰਚਾ ਆਉਂਦਾ ਅਸੀਂ ਉਹ ਖਰਚਾ ਹੀ ਉਹਨਾਂ ਕੋਲੋਂ ਲੈ ਰਹੇ ਹਾਂ। ਬਿਲਕੁਲ। ਤੁਸੀਂ ਗੱਲ ਕੀਤੀ ਸੀ ਕਿ 11 ਰੁਪਏ ਦੇ ਵਿੱਚ ਹੁਣ ਵਾਸ਼ਿੰਗ ਮਸ਼ੀਨ ਵੀ ਲੈ ਕੇ ਜਾ ਰਹੇ ਨੇ ਜਾਂ ਕੋਈ ਸਿਲਾਈ ਮਸ਼ੀਨ ਲੈ ਕੇ ਜਾ ਰਹੇ ਨੇ, ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਕਿ ਇਸ ਬੰਦੇ ਨੂੰ ਇਸ ਚੀਜ਼ ਦੀ ਲੋੜ ਹੈ? ਦੇਖੋ ਵੀਰ ਜੀ, ਜਿਹੜਾ ਉੱਥੇ 11 ਦਾ ਲੋੜਵੰਦਾਂ ਦਾ ਜਿਹੜਾ ਆਪਾਂ ਉਹਨੂੰ ਸ਼ੋਰੂਮ ਦਾ ਨਾਮ ਦਿੱਤਾ ਹੈ ਜੀ, ਕਿਉਂਕਿ ਸ਼ੋਰੂਮ ਬੜੇ ਦੇਖੇ ਨੇ, ਬੜੀ ਵੱਡੀਆਂ ਕੰਪਨੀਆਂ ਦੇ ਸ਼ੋਰੂਮ ਨੇ, ਇਹ ਵੀ ਲੋੜਵੰਦਾਂ ਦਾ ਇੱਕ ਸ਼ੋਰੂਮ ਹੈ ਜੀ। ਜਿਹੜਾ ਬੰਦਾ, ਜਿਸ ਬੰਦੇ ਕੋਲ ਮਾਇਕ ਤੌਰ ਦੇ ਉੱਤੇ ਉਹ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਆ, ਜਿਹਦੇ ਕੋਲ ਪੈਸੇ ਬਹੁਤੇ ਨਹੀਂ ਹਨ, ਉਹ ਜਦੋਂ 11 ਰੁਪਏ ਦੇ ਵਿੱਚ ਸਾਡੀ ਸੰਸਥਾ ਕੋਲੋਂ ਕੱਪੜਿਆਂ ਦੇ ਨਾਲ ਕੋਈ ਵੱਡੀ ਚੀਜ਼ ਜਿਸ ਤਰ੍ਹਾਂ ਕੋਈ ਵਾਸ਼ਿੰਗ ਮਸ਼ੀਨ, ਹੁਣ ਮਾਡਲ ਟਾਊਨ ਦੇ ਵਿੱਚ ਇੱਕ ਪਰਿਵਾਰ ਸੀਗਾ ਜਿਨ੍ਹਾਂ ਨੇ ਕਿ ਕੈਨੇਡਾ ਸ਼ਿਫਟ ਹੋਣਾ ਸੀਗਾ ਤੇ ਉਹਨਾਂ ਨੇ ਇੱਕ ਛੋਟਾ ਹਾਥੀ ਭਰ ਕੇ ਸਾਨੂੰ ਕੱਪੜਿਆਂ ਦੇ ਨਾਲ ਕਰੋਕਰੀ, ਰਸੋਈ ਦਾ ਸਮਾਨ, ਕਿਚਨ ਦਾ ਸਮਾਨ ਬਹੁਤ ਕੁਝ ਡੋਨੇਟ ਕੀਤਾ ਔਰ ਉਹ ਜਦੋਂ ਇੱਥੇ ਸਾਰਾ ਸਮਾਨ ਉਹ ਲੋੜਵੰਦ ਪਰਿਵਾਰ 11 ਰੁਪਏ 'ਚ ਲੈ ਕੇ ਜਾਂਦੇ ਨੇ, ਉਹਨਾਂ ਦੀ ਜ਼ਰੂਰਤ ਪੂਰੀ ਹੁੰਦੀ ਤਾਂ ਉਹਨਾਂ ਦੀਆਂ ਦੁਆਵਾਂ ਔਰ ਉਹਨਾਂ ਦੀਆਂ ਬਲੇਸਿੰਗ ਸਦਕਾ ਹੀ ਇਹ ਸੰਸਥਾ ਗਾਂ ਚੱਲ ਰਹੀ ਹੈ। ਬਿਲਕੁਲ। ਤੇ ਜਿਵੇਂ ਤੁਸੀਂ ਇਸ ਨੂੰ ਸ਼ੋਰੂਮ ਦਾ ਨਾਮ ਦਿੱਤਾ ਹੈ ਨਾ, ਤੇ ਜੀ। ਸ਼ੋਰੂਮ ਦਾ ਨਾਮ ਹੀ ਕਿਉਂ ਮਤਲਬ ਸੋਚਿਆ? ਕਿਉਂਕਿ ਬੜੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਐਨਜੀਓ ਚਲਾ ਰਹੇ ਨੇ ਉਹ ਜ਼ਿਆਦਾਤਰ ਇਹੀ ਕਹਿੰਦੇ ਕਿ ਅਸੀਂ ਸੇਵਾ ਜਾਂ ਹੱਟੀ ਦਾ ਨਾਮ ਦੇ ਦਿੱਤਾ ਜਾਂਦਾ ਹੈ, ਤੁਸੀਂ ਸ਼ੋਰੂਮ ਕਿਉਂ? ਦੇਖੋ ਜੀ, ਜਦੋਂ ਤੱਕ ਅਸੀਂ ਇਹ ਸੇਵਾ ਕਰ ਰਹੇ ਸੀਗੇ ਜੀ, ਅਸੀਂ ਜਦੋਂ 11 ਰੁਪਏ ਦੇ ਵਿੱਚ ਉਹਨਾਂ ਦੇ ਕੋਲੋਂ ਚਾਰਜ ਕਰਨਾ ਸ਼ੁਰੂ ਕੀਤਾ ਔਰ ਉੱਥੇ ਬਹੁਤ ਪਰਿਵਾਰ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਡਿਊ ਟੂ ਕਰੋਨਾ ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ, ਮਿਡਲ ਕਲਾਸ ਫੈਮਿਲੀਜ਼ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਤੱਕ ਮਤਲਬ ਅਸਲ ਦੇ ਵਿੱਚ ਰਾਸ਼ਨ ਪਹੁੰਚਣਾ ਚਾਹੀਦਾ ਸੀਗਾ, ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਿਆ। ਜਾਂ ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਇੱਕ ਸ਼ਰਮ ਦੇ ਮਾਰੇ ਬਾਹਰ ਨਹੀਂ ਆਏ ਕਿ ਅਗਰ ਇਹ 1000 ਰੁਪਏ ਦਾ ਜਾਂ 500 ਰੁਪਏ ਦਾ ਸਾਨੂੰ ਇਹ ਸੰਸਥਾ ਰਾਸ਼ਨ ਦੇਗੀ ਤੇ ਇਹ ਫੋਟੋ ਖਿੱਚ ਕੇ ਉੱਥੇ ਪਾ ਦੇਣਗੇ ਕਿ ਅਸੀਂ ਰਾਸ਼ਨ ਦੇ ਕੇ ਗਏ ਜੀ। ਤੇ ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ। ਅਸੀਂ ਇਹਨੂੰ ਸ਼ੋਰੂਮ ਦਾ ਨਾਮ ਇਸ ਕਰਕੇ ਦਿੱਤਾ ਕਿਉਂਕਿ ਕੋਈ ਵੀ ਇੱਥੇ ਹੁਣ ਸਾਡੇ ਕੋਲ ਇਸ ਤਰ੍ਹਾਂ ਦੇ ਪਰਿਵਾਰ ਵੀ ਆ ਰਹੇ ਨੇ ਜਿਹੜੇ ਕਿ ਬਹੁਤ ਵਧੀਆ ਫੈਮਿਲੀ ਤੋਂ ਵੀ ਬਿਲੋਂਗ ਕਰਦੇ ਨੇ ਜੀ। ਲੋੜਵੰਦਾਂ ਦੇ ਨਾਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਉਹ ਆਪਣੇ ਵਾਸਤੇ ਜਾਂ ਜਿਹੜੇ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਨੇ ਉਹ ਆਂਦੇ ਨੇ, ਉੱਥੇ ਕੱਪੜਾ ਦੇਖਦੇ ਨੇ, ਆਪਣੀ ਮਰਜ਼ੀ ਦਾ ਕੱਪੜਾ ਲੈ ਜਾਂਦੇ ਨੇ। ਉਹ ਆਪਣੇ ਵਾਸਤੇ ਵੀ ਕੱਪੜੇ ਲੈ ਕੇ ਜਾ ਰਹੇ ਨੇ, ਆਪਣੇ ਜਿਹੜੇ ਕੁਝ ਪਰਿਵਾਰ ਉਹਨਾਂ ਦੇ ਕੋਲ ਮਤਲਬ ਕੋਈ ਫੈਕਟਰੀ ਹੈ, ਫੈਕਟਰੀ ਦੇ ਵਿੱਚ ਉਹਨਾਂ ਦੇ ਕੋਲ ਮਜ਼ਦੂਰ ਕੰਮ ਕਰਦੇ, ਲੇਬਰ ਕੰਮ ਕਰਦੀ ਹੈ, ਉਹਨਾਂ ਵਾਸਤੇ ਵੀ ਉਹ ਕੱਪੜੇ ਲੈ ਕੇ ਜਾ ਰਹੇ ਨੇ। ਅਸੀਂ ਇਸ ਕਰਕੇ ਇਹਨੂੰ ਸ਼ੋਰੂਮ ਦਾ ਨਾਮ ਦਿੱਤਾ ਹੈ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਉੱਥੇ ਜਾਵਾਂਗੇ ਤੇ ਸਾਨੂੰ ਉਹ ਕੱਪੜਾ ਬਿਲਕੁਲ ਫ੍ਰੀ ਮਿਲੇਗਾ, ਤੇ ਕੁਝ ਲੋਕ ਇਸ ਤਰ੍ਹਾਂ ਫ੍ਰੀ ਕੱਪੜਾ ਲੈਣ ਨੂੰ ਇਤਰਾਜ਼ ਕਰਦੇ ਨੇ, ਤਾਂ ਕਰਕੇ ਉਹਨੂੰ ਸ਼ੋਰੂਮ ਦਾ ਨਾਮ ਦਿੱਤਾ ਗਿਆ। ਤੇ ਜਿੰਨੇ ਵੀ ਤੁਸੀਂ ਕੱਪੜੇ ਜਾਂ ਹੋਰ ਸਮਾਨ ਉੱਥੇ ਤੁਸੀਂ ਵੇਚ ਰਹੇ ਹੋ 11 ਰੁਪਏ ਵਿੱਚ, ਹੁਣ ਅਸੀਂ ਇਹੀ ਕਹਿ ਸਕਦੇ ਹਾਂ ਨਾ, ਤੇ
ਉਹ ਜਿਹੜਾ ਸਮਾਨ ਹੈ ਉਹ ਲੋਕਾਂ ਦੁਆਰਾ ਹੀ ਆਉਂਦਾ ਹੈ ਜਾਂ ਫਿਰ ਤੁਸੀਂ ਖੁਦ ਕਿਸੇ ਨੂੰ ਅਪੀਲ ਕਰਦੇ ਹੋ ਕਿ ਸਮਾਨ ਜਿਹੜਾ ਉੱਥੇ ਦੇਖੋ ਦਿੱਤਾ ਜੀ, ਜਾਵੇ? ਜਲੰਧਰ ਸ਼ਹਿਰ ਦੇ ਵਿੱਚ ਸਾਡੀ ਸੰਸਥਾ ਵੱਲੋਂ ਬੜੇ ਇਸ ਤਰ੍ਹਾਂ ਦੇ ਬੈਨਰ, ਬੜੇ ਇਸ ਤਰ੍ਹਾਂ ਦੇ ਮਤਲਬ ਖੁਦ ਅਸੀਂ ਆਪ ਪੂਰੀ ਟੀਮ ਆਪਣੇ ਇਸ਼ਤਿਹਾਰ ਲੈ ਕੇ ਮਾਡਲ ਟਾਊਨ ਦੇ ਵਿੱਚ ਜਿੰਨੇ ਪਰਿਵਾਰ ਨੇ, ਜਾਂ ਮਾਡਲ ਟਾਊਨ ਹੋ ਗਿਆ, ਜੀਟੀਬੀ ਨਗਰ ਹੋ ਗਿਆ, ਜਲੰਧਰ ਹਾਈਟਸ ਹੋ ਗਿਆ, ਅਸੀਂ ਉਹਨਾਂ ਦੇ ਵਿੱਚ ਗਏ ਆ। ਉਹ ਜਿਹੜੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਜਾ ਕੇ ਬੇਨਤੀ ਕੀਤੀ ਹੈ। ਹਰ ਪਰਿਵਾਰ ਦੇ ਵਿੱਚ, ਹਰ ਫੈਮਿਲੀ ਦੇ ਵਿੱਚ ਬਹੁਤ ਸਾਰੇ ਕੱਪੜੇ ਔਰ ਬਹੁਤ ਸਾਰਾ ਇਸ ਤਰ੍ਹਾਂ ਦਾ ਸਮਾਨ ਪਿਆ ਜਿਹੜਾ ਕਿ ਉਹਨਾਂ ਦੀ ਵਰਤੋਂ ਵਿੱਚ ਨਹੀਂ ਹੈ, ਬਟ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਨੂੰ ਡੋਨੇਟ ਕਿੱਥੇ ਕੀਤਾ ਜਾਵੇ, ਇਹਨਾਂ ਨੂੰ ਇਹਦੇ ਕੱਪੜੇ ਦੀ ਡੋਨੇਸ਼ਨ ਕਿੱਥੇ ਦਿੱਤੀ ਜਾਵੇ। ਫਿਰ ਅਸੀਂ ਉਹਨਾਂ ਨੂੰ ਸਾਰਾ ਆਪਣਾ ਐਡਰੈਸ ਦੇ ਕੇ ਉਹਨਾਂ ਦੇ ਕੋਲੋਂ ਉਹ ਸਾਰਾ ਅੱਜ ਸੇਵਾ ਦੇ ਰਹੇ ਨੇ। ਉਹਨਾਂ ਦੇ ਘਰਾਂ ਚੋਂ ਉਹ ਕੱਪੜਿਆਂ ਦੀ ਸੇਵਾ ਆ ਰਹੀ ਹੈ ਔਰ ਇਹ ਸਾਰੀ ਨਿਸ਼ਕਾਮ ਸੇਵਾ ਸੀ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਪੜੇ ਆਪਣੀਆਂ ਗੱਡੀਆਂ ਦੇ ਵਿੱਚ ਹੀ ਲੈ ਕੇ ਆ ਰਹੇ ਹਾਂ। ਜੀ, ਕਈ ਵਾਰ ਸਰ ਕੀ ਹੁੰਦਾ ਹੈ ਕਿ ਘਰੋਂ ਬਹੁਤ ਰੱਜੇ ਪੁੱਜੇ ਹੁੰਦੇ ਨੇ, ਠੀਕ ਹੁੰਦੇ ਨੇ, ਪਰ ਫਿਰ ਵੀ ਇੱਕ ਲਾਲਚ ਕਹਿ ਲਓ ਕਿ 11 ਰੁਪਏ ਦੇ ਵਿੱਚ ਜੇ ਵਾਸ਼ਿੰਗ ਮਸ਼ੀਨ ਮਿਲਦੀ ਪਈ ਹੈ ਤੇ ਜਾ ਕੇ ਲੈ ਆਉਂਦੇ ਆ। ਕੀ ਤੁਸੀਂ ਪਹਿਲਾਂ ਉਹਨਾਂ ਦੇ ਘਰ ਚੈੱਕ ਕਰਦੇ ਹੋ ਕਿ ਵਾਕਿਆ ਉਸ ਚੀਜ਼ ਨੂੰ ਲੋੜ ਹੈ? ਬਿਲਕੁਲ ਜੀ, ਬਿਲਕੁਲ। ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਕਿ ਉਹਨਾਂ ਪਰਿਵਾਰਾਂ ਦੀ ਸਭ ਤੋਂ ਪਹਿਲਾਂ ਵੈਰੀਫਿਕੇਸ਼ਨ ਹੀ ਕੀਤੀ ਜਾਂਦੀ ਹੈ। ਉਹਨਾਂ ਦਾ ਆਧਾਰ ਕਾਰਡ ਅਸੀਂ ਆਪਣੀ ਸੰਸਥਾ ਦੇ ਕੋਲ ਜਮ੍ਹਾਂ ਕਰਦੇ ਹਾਂ ਜਿਨ੍ਹਾਂ ਨੂੰ ਇਹ ਸਮਾਨ ਦਿੱਤਾ ਜਾਂਦਾ ਹੈ। ਬਾਕੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਸਮਾਨ ਤੁਸੀਂ ਸੰਸਥਾ ਕੋਲੋਂ ਲੈ ਕੇ ਜਾ ਰਹੇ ਹੋ, ਇਸ ਸਮਾਨ ਨੂੰ ਤੁਸੀਂ ਸੇਲ ਨਹੀਂ ਕਰਨਾ। ਕਿਸੇ ਨੂੰ ਅਸੀਂ ਟੀਵੀ ਦਿੱਤਾ, ਕਿਸੇ ਨੂੰ ਸੋਫਾ ਦਿੱਤਾ, ਅੱਜ ਉਹ ਜਿਹੜੇ ਉਹ ਭਾਵੇਂ ਮਤਲਬ ਬਹੁਤ ਜ਼ਿਆਦਾ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਨੇ, ਬਟ ਅੱਜ ਉਹ ਵੀ ਇੱਕ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦਾ ਮੈਂਬਰ ਬਣ ਚੁੱਕੇ ਨੇ, ਹਿੱਸਾ ਬਣ ਚੁੱਕੇ ਨੇ। ਉਹ ਅੱਜ ਆਪਣੀ ਉਸ ਕਮਾਈ ਦੇ ਵਿੱਚੋਂ ਤਿਲ ਫੁੱਲ ਭੇਟਾ, ਕੋਈ 50 ਰੁਪਏ, ਕੋਈ 100 ਰੁਪਏ, ਕੋਈ ਡੋਨੇਸ਼ਨ ਦੇ ਕੇ ਜਾ ਰਿਹਾ ਜੀ। ਉਹ ਉਹਨਾਂ ਸਾਰੇ ਪਰਿਵਾਰਾਂ ਦੇ ਸਾਥ ਸਹਿਯੋਗ ਸਦਕਾ ਹੀ ਇਹ ਸੰਸਥਾ ਚੱਲ ਰਹੀ ਹੈ। ਤੇ ਹੁਣ ਅੱਗੇ ਗੱਲ ਕਰਦੇ ਆ ਕਿ ਤੁਸੀਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਨਿਭਾ ਰਹੇ ਹੋ ਨਾ, ਤੇ ਵਾਤਾਵਰਣ ਨੂੰ ਲੈ ਕੇ ਜਿਹੜੀ ਸੇਵਾ ਤੁਸੀਂ ਨਿਭਾ ਰਹੇ ਹੋ ਉਹਦੇ ਵਿੱਚ ਕੀ ਕੀ ਹੈ? ਦੇਖੋ ਜੀ, ਵਾਤਾਵਰਣ ਨੂੰ ਲੈ ਕੇ ਸਾਡੀ ਸੰਸਥਾ ਵੱਲੋਂ ਜਿਹੜੇ ਕਿ ਬੂਟਿਆਂ ਦੀ ਸੇਵਾ ਕੀਤੀ ਜਾਂਦੀ ਹੈ। ਜਿੰਨੇ ਵੀ ਅਸੀਂ ਬਲੱਡ ਡੋਨੇਸ਼ਨ ਦੇ ਕੈਂਪ ਵੀ ਸਾਡੀ ਸੰਸਥਾ ਵੱਲੋਂ ਲਗਾਏ ਜਾਂਦੇ ਨੇ, ਉਸ ਬਲੱਡ ਡੋਨੇਸ਼ਨ ਦੇ ਕੈਂਪ ਦੇ ਵਿੱਚ ਸਾਡੇ ਨਾਲ ਡਾਕਟਰ ਸਲੀਮ ਜੀ ਨੇ, ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਇਨਸੂਲਿਨ ਦਾ ਪੌਦਾ ਆ, ਅੱਛਾ ਜੀ, ਜਿਸ ਪੌਦੇ ਨੂੰ ਕਿ ਅਗਰ ਆਪਾਂ ਆਨਲਾਈਨ ਸਰਚ ਕਰੀਏ ਤੇ ਉਸ ਪੌਦੇ ਦੀ ਕੀਮਤ 400 ਤੋਂ ਲੈ ਕੇ 500 ਰੁਪਈਆ ਆ। ਉਹ ਸਾਡੀ ਸੰਸਥਾ ਵੱਲੋਂ ਉਹ ਸ਼ੂਗਰ ਫ੍ਰੀ ਬੂਟਾ ਆ ਕਿ ਜਿਹਨੂੰ ਮਤਲਬ ਸ਼ੂਗਰ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਉਸ ਬੂਟੇ ਨੂੰ ਮਤਲਬ ਉਹਦੇ ਪੱਤਿਆਂ ਨੂੰ ਸਵੇਰ ਨੂੰ ਖਾਵੇ ਤੇ ਨਿਰਨੇ ਪੇਟ ਉਹਨੂੰ ਖਾਣਾ ਹੈ, ਲੈਣਾ, ਤੇ ਉਹਦੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਂਦੀ ਹੈ। ਅੱਛਾ ਜੀ। ਤੇ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਵੀ ਕੀਤੇ ਗਏ। ਉਹਦੇ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਅਸੀਂ ਇੱਕ ਹੋਰ ਮਤਲਬ ਜਿਸ ਤਰ੍ਹਾਂ ਕਿ ਬੂਟੇ ਤਾਂ ਲਗਾਈ ਜਾ ਰਹੇ ਨੇ, ਅਸੀਂ ਹੋਰ ਜਲਦੀ ਤੋਂ ਜਲਦੀ ਸੰਤ ਸੀਚੇਵਾਲ ਜੀ ਨੇ ਤੇ ਉਹਨਾਂ ਦੇ ਮਾਰਗਦਰਸ਼ਨ ਦੇ ਉੱਤੇ ਉਹਨਾਂ ਦੇ ਨਾਲ ਲਾਸਟ ਦਰਸ਼ਨ ਵੀ ਹੋਏ ਨੇ, ਉਹਨਾਂ ਦੇ ਨਾਲ ਬੈਠ ਕੇ ਗੱਲ ਵੀ ਹੋਈ ਹੈ, ਉਹਨਾਂ ਦੇ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਔਰ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਸ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਹੋਰ ਵੀ ਸੇਵਾਵਾਂ ਅੱਗੇ ਜਾਰੀ ਰੱਖਾਂਗੇ। ਤੇ ਜਿਸ ਪੌਦੇ ਦੀ ਤੁਸੀਂ ਗੱਲ ਕੀਤੀ ਹੈ, ਉਸ ਪੌਦੇ ਨੂੰ ਘਰ ਘਰ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਦੇ ਕੇ ਆਉਂਦੇ ਹੋ ਜਾਂ ਫਿਰ ਖੁਦ ਲੋਕ ਮੰਗਦੇ ਨੇ ਆ ਕੇ ਕਿ ਸਾਨੂੰ ਇਸ ਦੀ ਲੋੜ ਹੈ? ਜਿਨ੍ਹਾਂ ਨੂੰ, ਜਿਸ ਬੰਦੇ ਨੂੰ ਇਨਸੂਲਿਨ, ਜਿਸ ਬੰਦੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਉਹ ਸਾਡੀ ਸੰਸਥਾ ਦੇ ਵਿੱਚ ਆ ਕੇ ਉਹ ਵਾਲਾ ਬੂਟਾ ਬਿਲਕੁਲ ਫ੍ਰੀ ਲੈ ਸਕਦਾ। ਔਰ ਉਹ ਬੂਟਾ ਇਸ ਤਰ੍ਹਾਂ ਦਾ ਹੈ ਕਿ ਉਸ ਬੂਟੇ ਨੂੰ ਤੁਸੀਂ ਅਗਰ ਆਪਣੇ ਘਰ ਦੇ ਵਿੱਚ ਲਗਾਉਂਦੇ ਹੋ, ਉਹ ਮਤਲਬ ਮਹੀਨਾ ਜਾਂ 2 ਮਹੀਨੇ ਦੀ ਗੱਲ ਹੈ, 2 ਮਹੀਨਿਆਂ ਬਾਅਦ ਉਹਨਾਂ ਦੀਆਂ ਜੜ੍ਹਾਂ ਇੰਨੀਆਂ ਫੈਲ ਜਾਂਦੀਆਂ ਕਿ ਤੁਸੀਂ ਅੱਗੇ ਲੋਕ ਭਲਾਈ ਵਾਸਤੇ, ਮਨੁੱਖਤਾ ਦੀ ਸੇਵਾ ਵਾਸਤੇ ਗਾਂ ਕਿਸੇ ਨੂੰ ਦੇ ਸਕਦੇ। ਜੀ ਸਰ, ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ, ਪਰ ਸਮਾਂ ਇੱਥੇ ਇੱਕ ਬ੍ਰੇਕ ਤਾਂ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਸਰ, ਆਪਾਂ ਹੁਣ ਤੁਹਾਨੂੰ ਸਵਾਲ ਕਰਦੇ ਹਾਂ ਕਿ ਤੁਹਾਡੀ ਸੁਸਾਇਟੀ ਵੱਲੋਂ ਬਹੁਤ ਸ਼ਲਾਘਾਯੋਗ ਜਿਹੜੇ ਕਾਰਜ ਕੀਤੇ ਜਾ ਰਹੇ ਆ, ਇਸ ਦੇ ਨਾਲ ਤੁਸੀਂ ਬਲੱਡ ਬੈਂਕ ਵੀ ਜਿਹੜਾ ਤੁਹਾਡਾ ਹੈ, ਤੁਸੀਂ ਬਲੱਡ ਡੋਨੇਸ਼ਨ ਕੈਂਪ ਵੀ ਲਾ ਰਹੇ ਹੋ। ਇਹਦੀ ਸ਼ੁਰੂਆਤ ਸਰ ਕਿਸ ਤਰ੍ਹਾਂ ਹੋਈ ਸੀ? ਇਹ ਜੀ ਸਾਨੂੰ ਪਤਾ ਲੱਗਾ ਕਿ ਥੈਲੇਸੀਮੀਆ ਦੇ ਬੱਚੇ ਨੇ ਜਿਨ੍ਹਾਂ ਨੂੰ ਹਰ 15 ਦਿਨਾਂ ਬਾਅਦ ਬਲੱਡ ਦੀ ਲੋੜ ਪੈਂਦੀ ਹੈ ਜੀ, ਔਰ ਜੇ ਉਹਨਾਂ ਨੂੰ ਬਲੱਡ ਨਾ ਮਿਲੇ ਤੇ ਉਹ ਵਿਚਾਰੇ ਸਰਵਾਈਵ ਨਹੀਂ ਕਰ ਪਾਉਂਦੇ। ਸਾਡੇ ਮਨ ਨੂੰ ਬੜੀ ਠੇਸ ਲੱਗੀ ਤੇ ਉਦੋਂ ਸਾਡੇ ਇੱਕ ਮੀਟਿੰਗ ਹੋਈ ਆਪਸ ਵਿੱਚ ਕਿ ਆਪਾਂ ਇਹ ਬਲੱਡ ਕੈਂਪ ਲਗਾਉਣੇ ਸ਼ੁਰੂ ਕਰੀਏ ਜੀ, ਤੇ ਉਹ ਜਿਹੜਾ ਬਲੱਡ ਇਕੱਠਾ ਹੋਏ ਅਸੀਂ ਉਹ ਥੈਲੇਸੀਮੀਆ ਦੇ ਬੱਚਿਆਂ ਨੂੰ ਨਿਸ਼ਕਾਮ ਉਹਨਾਂ ਨੂੰ ਦੇ ਦਈਏ, ਕੋਈ ਉੱਚ ਚਾਰਜ ਨਾ ਕੀਤਾ ਜਾਏ। ਇਸੇ ਕਰਕੇ ਅਸੀਂ ਇਹ ਬਲੱਡ ਕੈਂਪ ਸ਼ੁਰੂ ਕੀਤੇ ਤੇ ਹੁਣ ਤੱਕ
ਇਹ 11 ਬਲੱਡ ਕੈਂਪ ਲੱਗ ਚੁੱਕੇ ਨੇ ਜੀ ਤੇ ਉਹ ਸਾਰਾ ਜਿੰਨਾ ਵੀ ਬਲੱਡ ਜਿੰਨਾ ਵੀ ਇਕੱਠਾ ਹੁੰਦਾ ਅਸੀਂ ਉਹਨਾਂ ਬੱਚਿਆਂ ਲਈ ਹੀ ਕਰਦੇ ਹਾਂ। ਜੀ ਇਹਦੀ ਸ਼ੁਰੂਆਤ ਸਰ ਕਿਹੜੇ ਸਾਲ ਦੇ ਵਿੱਚ ਕੀਤੀ ਤੁਸੀਂ? ਇਹ ਆਪਾਂ ਲਾਸਟ ਈਅਰ ਹੀ ਕੀਤੀ 2020 ਚ ਹੀ। ਤੇ ਪਹਿਲਾ ਕੈਂਪ ਅਸੀਂ ਸ਼ਹਿਰੀ ਚੱਡਾ ਜੀ ਦੇ ਨੇਤਰਤਵ ਚ ਉੱਚ ਲਗਾਇਆ ਜੀ। ਅਤੇ ਸਰ ਜਿਹੜਾ ਬਲੱਡ ਡੋਨੇਸ਼ਨ ਕੈਂਪ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਹੈ ਉਸ ਦੇ ਵਿੱਚ ਥੈਲੇਸੀਮੀਆ ਦੇ ਪੇਸ਼ੈਂਟਸ ਨੂੰ ਦੇਖਿਆ ਜਾ ਰਿਹਾ ਆ ਤੇ ਥੈਲੇਸੀਮੀਆ ਦੇ ਪੇਸ਼ੈਂਟ ਜਿਹੜੇ ਨੇ ਉਹ ਕਿੱਦਾਂ ਤੁਸੀਂ ਉਹਦੀ ਡਿਟੇਲਿੰਗ ਕਰਦੇ ਹੋ, ਲਿਸਟ ਕਿਵੇਂ ਬਣਾਉਂਦੇ ਹੋ? ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਕਿਸੇ ਨੂੰ ਅਡਾਪਟ ਵੀ ਕੀਤਾ ਹੋਇਆ ਹੈ ਜਾਂ ਫਿਰ ਸਿਰਫ ਤੇ ਸਿਰਫ ਬਲੱਡ ਡੋਨੇਸ਼ਨ ਦਾ ਹੀ ਕੰਮ ਕਰ ਰਹੇ ਹੋ? ਸਾਡੀ ਸੰਸਥਾ ਵੱਲੋਂ ਬਲੱਡ ਡੋਨੇਸ਼ਨ ਦੇ ਕੈਂਪ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਟੋਟਲੀ ਥੈਲੇਸੀਮੀਆ ਬੱਚਿਆਂ ਵਾਸਤੇ। ਔਰ ਫੁੱਟਬਾਲ ਚੌਂਕ ਦੇ ਵਿੱਚ ਗੰਗਾ ਬਲੱਡ ਬੈਂਕ ਹੈ, ਗੰਗਾ ਹਸਪੀਟਲ ਹੈ, ਉਹਦੇ ਵਿੱਚ ਮਨਪ੍ਰੀਤ ਸਿੰਘ ਜੀ ਨੇ ਉਹ ਸਾਡੇ ਨਾਲ ਤੇ ਉਹਨਾਂ ਦੇ ਨਾਲ ਮਿਲ ਕੇ ਅੱਜ ਤੱਕ ਅਸੀਂ 11 ਕੈਂਪ ਜੋ ਵੀ ਲਗਾਏ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਬਲੱਡ ਇਕੱਠਾ ਹੁੰਦਾ ਹੈ ਉਹ ਥੈਲੇਸੀਮੀਆ ਵਾਸਤੇ ਬੱਚਿਆਂ ਵਾਸਤੇ ਬਲੱਡ ਬੈਂਕ ਜਿਹੜਾ ਗੰਗਾ ਦਾ ਉੱਥੇ ਇਕੱਠਾ ਹੋ ਜਾਂਦਾ ਜੀ। ਔਰ ਕਿਸੇ ਵੀ ਬੱਚੇ ਨੂੰ ਮੈਂ ਇੱਥੇ ਵੀ ਅਪੀਲ ਕਰਨੀ ਚਾਹਾਂਗਾ ਕਿ ਕਿਸੇ ਨੂੰ ਵੀ ਅਗਰ ਥੈਲੇਸੀਮੀਆ ਬੱਚਿਆਂ ਵਾਸਤੇ ਜਾਂ ਕਿਸੇ ਵਾਸਤੇ ਲੋੜ ਦੀ ਬਲੱਡ ਦੀ ਜ਼ਰੂਰਤ ਪੈਂਦੀ ਹੈ ਉਹ ਗੰਗਾ ਹਸਪੀਟਲ ਬਲੱਡ ਬੈਂਕ ਜਾ ਕੇ ਉੱਥੇ ਸਾਡੀ ਸੰਸਥਾ ਦਾ ਨਾਮ ਲੈ ਕੇ ਜਾਂ ਸੰਸਥਾ ਨਾਲ ਗੱਲ ਕਰਾ ਕੇ ਬਿਲਕੁਲ ਫ੍ਰੀ ਆਫ ਕੋਸਟ ਉੱਥੋਂ ਬਲੱਡ ਲੈ ਸਕਦੇ ਹੋ। ਵਾਹ ਜੀ। ਤੇ ਜਿਸ ਦਾ ਵੀ ਅੱਛਾ ਤੁਸੀਂ ਪੁੱਛਣ ਲੱਗੇ, ਪੁੱਛੋ। ਮੈਂ ਪੁੱਛਣਾ ਚਾਹੁੰਦੀ ਕਿ ਜਿਸ ਦਾ ਵੀ ਬਲੱਡ ਲਿਆ ਜਾਂਦਾ ਹੈ ਉਸ ਨੂੰ ਪਹਿਲਾਂ ਪ੍ਰੋਪਰ ਟੈਸਟ ਕੀਤਾ ਜਾਂਦਾ ਹੈ ਬਿਕਾਜ਼ ਕੋਵਿਡ ਜਿਹੜਾ ਚੱਲ ਰਿਹਾ ਕੋਵਿਡ ਕਰਕੇ ਵੀ ਲੋਕਾਂ ਦੇ ਮਨ ਦੇ ਵਿੱਚ ਬੜੇ ਡਰ ਵੀ ਹੈਗੇ ਨੇ ਕਿ ਕੀ ਪਤਾ ਬਲੱਡ ਦੇ ਵਿੱਚ ਨਾ ਕੋਵਿਡ ਨਾ ਹੋਵੇ। ਨਹੀਂ ਜੀ ਟੈਸਟ ਜ਼ਰੂਰ ਹੁੰਦਾ ਹੈ। ਅਸੀਂ ਉਹ ਟੈਸਟ ਕਰਨ ਤੋਂ ਬਾਅਦ ਹੀ ਇਹ ਬਲੱਡ ਉੱਥੋਂ ਪ੍ਰੋਵਾਈਡ ਕੀਤਾ ਜਾਂਦਾ। ਔਰ ਇਸ ਤਰ੍ਹਾਂ ਕਿ ਜਦੋਂ ਅਸੀਂ ਕੈਂਪ ਆਰਗੇਨਾਈਜ਼ ਕਰਦੇ ਹਾਂ ਨਾ ਉਸ ਕੈਂਪ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਕਿ ਮਤਲਬ ਸਾਰੇ ਟੈਸਟ ਉੱਥੇ ਹੋ ਜਾਣ। ਜਦੋਂ ਉੱਥੇ ਬਲੱਡ ਬੈਂਕ ਦੇ ਕੋਲ ਆ ਜਾਂਦਾ ਹੈ ਬਲੱਡ ਬੈਂਕ ਦੇ ਵਿੱਚ ਹੀ ਇਹ ਸਾਰੇ ਟੈਸਟ ਹੁੰਦੇ ਨੇ। ਉਸ ਤੋਂ ਬਾਅਦ ਟੈਸਟ ਹੋਣ ਤੋਂ ਬਾਅਦ ਜਦੋਂ ਕਿਸੇ ਨਾਲ ਮੈਚ ਕਰਦਾ ਤੇ ਉਹ ਬਲੱਡ ਉਹਨਾਂ ਨੂੰ ਦਿੱਤਾ ਜਾਂਦਾ ਹੈ। ਜੀ ਜੀ। ਔਰ ਥੈਲੇਸੀਮੀਆ ਦੇ ਬੱਚਿਆਂ ਵਾਸਤੇ ਮੈਂ ਗੱਲ ਦੁਬਾਰਾ ਤੋਂ ਕਰਨੀ ਚਾਹਾਂਗਾ ਕਿ ਲਾਸਟ ਈਅਰ ਦੇ ਵਿੱਚ ਡਿਊ ਟੂ ਕਰੋਨਾ ਹਰ ਕੋਈ ਡਰਿਆ ਹੋਇਆ ਸੀਗਾ ਔਰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਸੀਗੀਆਂ ਕਿ ਬਹੁਤੀ ਗੈਦਰਿੰਗ ਨਾ ਕੀਤੀ ਜਾਵੇ। ਔਰ ਉਹਨਾਂ ਕਰਕੇ ਜਲੰਧਰ ਸ਼ਹਿਰ ਦੇ ਜਿੰਨੇ ਬਲੱਡ ਬੈਂਕ ਸੀ ਉਹਨਾਂ 'ਚ ਬਲੱਡ ਦੀ ਕਮੀ ਹੋਣ ਕਰਕੇ ਸਾਡੀ ਸੰਸਥਾ ਵੱਲੋਂ ਇਹ ਬਲੱਡ ਕੈਂਪ ਸਟਾਰਟ ਕੀਤੇ ਗਏ। ਵਾਹ ਮੈਂ ਇਹ ਗੱਲ ਕਰਨ ਲੱਗਾ ਸੀ ਕਿ ਜਿਵੇਂ ਸਰ ਹੁਣਾਂ ਨੇ ਦੱਸਿਆ ਕਿ ਇਹ ਬਲੱਡ ਦਾ ਕੰਮ ਵੀ ਕਰ ਰਹੇ ਨੇ, ਇਹ ਬਹੁਤ ਸ਼ਲਾਘਾਯੋਗ ਕਾਰਜ ਆ। ਤੁਸੀਂ ਜਿਹੜੇ ਡਿਊ ਟੂ ਕਰੋਨਾ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦਾ ਸੰਸਕਾਰ ਕਰਦੇ ਪਏ ਹੋ। ਹੋਰ ਤੁਹਾਡੀ ਸੰਸਥਾ ਕਿੰਨੇ ਕਾਰਜ ਕਰਦੀ ਪਈ ਆ? ਤੇ ਤੁਸੀਂ ਗੱਲ ਕੀਤੀ ਸੀ ਕਿ 3 ਜਾਂ 4 ਘੰਟੇ ਅਸੀਂ ਉੱਥੇ ਜਾਈਦਾ ਆ, ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਪ੍ਰੋਫੈਸ਼ਨ ਵਾਸਤੇ ਸਮਾਂ ਕਦੋਂ ਕੱਢਦੇ ਹੋ? ਬਿਲਕੁਲ ਜੀ ਬਿਲਕੁਲ। ਕਿਉਂਕਿ ਮੈਨੂੰ ਲੱਗਦਾ ਕਿ ਜਿੱਡਾ ਵੱਡਾ ਇਹ ਵੈਲਫੇਅਰ ਸੁਸਾਇਟੀ ਤੁਹਾਡੀ ਬਣ ਚੁੱਕੀ ਹੈ ਪੂਰਾ ਦਿਨ ਤਾਂ ਇਹਦੇ ਵਿੱਚ ਲੰਘ ਜਾਂਦਾ ਹੋਣਾ। ਇਹਦੇ 'ਚ ਸੇਵਾਦਾਰ ਬਹੁਤ ਜੁੜ ਗਏ ਨੇ ਨਾਲ ਦੀ ਨਾਲ ਤੇ ਹਰ ਬੰਦਾ ਕੋਈ 1 ਘੰਟਾ ਕੋਈ 2 ਘੰਟੇ ਹਰ ਬੰਦਾ ਆਪਣੀ ਆਪਣੀ ਸੇਵਾ ਲੈ ਕੇ ਉਸੇ ਤਰ੍ਹਾਂ ਹੀ ਨਾਲ ਚੱਲਦਾ ਪਿਆ ਜੀ। ਜੀ ਦੇਖੋ ਜੀ ਜਦੋਂ ਇਹ ਸਟਾਰਟ ਕੀਤਾ ਗਿਆ ਸੀਗਾ ਉਦੋਂ ਇਹ 10 ਮੈਂਬਰੀ ਕਮੇਟੀ ਤੋਂ ਸ਼ੁਰੂ ਕੀਤੀ ਗਈ ਸੀ ਆਖਰੀ ਉਮੀਦ ਵੈਲਫੇਅਰ ਸੁਸਾਇਟੀ। ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਰੋਨਾ ਕਾਲ ਦੇ ਚਲਦਿਆਂ 163 ਜਾਂ 64 ਸੰਸਕਾਰ ਸਾਡੀ ਸੰਸਥਾ ਵੱਲੋਂ ਇਹ ਸੇਵਾ ਨਿਭਾਈ ਗਈ ਹੈ। ਉਹ ਜੋ 164 ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਮੈਂਬਰਸ ਔਰ ਜਿਹੜੇ ਯੰਗ ਬਲੱਡ ਨੇ ਉਹ ਸਾਡੇ ਨਾਲ ਖੂਨਦਾਨ ਕੈਂਪ ਵਾਸਤੇ ਖੜੇ ਹੁੰਦੇ ਨੇ। ਹੋਰ ਵੀ ਆਪਣੇ ਘਰਾਂ ਦੇ ਵਿੱਚ ਜੋ ਉਹਨਾਂ ਦੇ ਫालतू ਸਮਾਨ ਪਿਆ ਹੈ ਜੋ ਉਹਨਾਂ ਦੀ ਵਰਤੋਂ ਵਿੱਚ ਨਹੀਂ ਹੈ ਉਹ ਸਾਡੀ ਸੰਸਥਾ ਵਿੱਚ ਦੇ ਕੇ ਜਾਂਦੇ ਨੇ। ਔਰ ਤਨ ਮਨ ਧਨ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਉਹ ਸਾਡੇ ਨਾਲ ਹਾਜ਼ਰ ਨੇ ਹਮੇਸ਼ਾ ਹੀ। ਔਰ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਸਦਕਾ ਅਸੀਂ ਇਸ ਆਖਰੀ ਉਮੀਦ ਵੈਲਫੇਅਰ ਸੁਸਾਇਟੀ 'ਚ ਸੇਵਾ ਕਰ ਰਹੇ ਹਾਂ। ਜੀ। ਤੇ ਹੁਣ ਗੱਲ ਕਰਦੇ ਹਾਂ ਸੁਖਮਨੀ ਸਾਹਿਬ ਦੇ ਪਾਠ ਦੇ ਬਾਰੇ। ਉਹ ਵੀ ਸੇਵਾ ਤੁਸੀਂ ਨਿਭਾ ਰਹੇ ਹੋ, ਉਸ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸਿਓ। ਦੇਖੋ ਜੀ ਬਿਲਕੁਲ ਨਿਸ਼ਕਾਮ ਸੇਵਾ ਸਾਡੀ ਸੰਸਥਾ ਵੱਲੋਂ ਰੀਸੈਂਟਲੀ ਕਿ ਮਤਲਬ ਹੁਣੇ 3 ਜਾਂ 4 ਹਫ਼ਤੇ ਹੋਏ ਹੋਣਗੇ ਤੇ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਕੀਰਤਨ ਦੀ ਸੇਵਾ ਜੀ ਉਹਦੇ ਵਿੱਚ ਕੀ ਸਾਡੇ ਹਰਪ੍ਰੀਤ ਭਾਜੀ ਨੇ ਜਿਹੜੇ ਕਿ ਸਾਡੇ ਨਾਲ ਹਰ ਜਗ੍ਹਾ ਦੇ ਉੱਤੇ ਕੀਰਤਨ ਵਾਸਤੇ ਜਾਂਦੇ ਨੇ ਔਰ ਬਿਲਕੁਲ ਨਿਸ਼ਕਾਮ। ਔਰ ਤਬਲੇ ਵਾਸਤੇ ਮੇਰੇ ਬ੍ਰਦਰ ਹੈਗੇ ਨੇ ਕਮਲਜੀਤ ਸਿੰਘ ਲਵਲੀ ਜੀ ਉਹ ਨਾਲ ਜਾਂਦੇ ਨੇ। ਔਰ ਉੱਥੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਵੀ ਜਿਸ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕਰਵਾਉਣੀ ਹੋਵੇ ਉਹ ਸਾਡੀ ਸੰਸਥਾ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਔਰ ਉਸ ਤੋਂ ਉਪਰੰਤ ਕੀਰਤਨ ਬਿਲਕੁਲ ਨਿਸ਼ਕਾਮ ਕੀਤਾ ਜਾਂਦਾ ਔਰ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਿਰਫ ਤੁਸੀਂ ਦੇਗ ਦਾ ਖਰਚਾ ਕਰਨਾ, ਹੋਰ ਕੋਈ ਐਕਸਪੈਂਸ ਸਾਡੀ ਸੰਸਥਾ ਵੱਲੋਂ ਨਹੀਂ ਹੈ। ਵਾਹ ਬਿਲਕੁਲ ਨਿਸ਼ਕਾਮ ਸੁਖਮਨੀ ਸਾਹਿਬ ਦਾ ਪਾਠ ਦੀ ਸੇਵਾ ਉਹਨਾਂ ਦੇ ਘਰਾਂ 'ਚ ਕੀਤੀ ਜਾਂਦੀ ਹੈ ਜੀ। ਤੇ ਇੱਕ ਕੋਈ ਲੋੜਵੰਦ ਨੇ ਉਹਨਾਂ ਵਾਸਤੇ ਇਹ ਸੇਵਾ ਨਿਭਾ ਰਹੇ ਹੋ ਜਾਂ ਫਿਰ ਇਹ ਕੋਈ ਵੀ ਆਪਣੇ ਘਰ ਦੇ ਵਿੱਚ ਇਹ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕਰਵਾ ਸਕਦਾ ਹੈ ਔਰ ਬਿਲਕੁਲ ਇਹ ਨਿਸ਼ਕਾਮ ਕੀਤੀ ਜਾਂਦੀ ਹੈ। ਇੱਕ ਸੇਵਾ ਇਹਦੇ ਨਾਲ ਹੋਰ ਜਿਹੜੀ ਸਾਡੀ ਸੰਸਥਾ ਵੱਲੋਂ ਨਿਭਾਈ ਜਾ ਰਹੀ ਹੈ ਡਿਊ ਟੂ ਕਰੋਨਾ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ ਉਹਨਾਂ ਦੇ ਘਰਾਂ ਦੇ ਵਿੱਚ
ਮੌਤ ਦੇ ਤੋਂ ਬਾਅਦ ਸੰਸਕਾਰ ਦੀ ਸੇਵਾ ਤੋਂ ਬਾਅਦ ਜੀ ਉਹਨਾਂ ਦੇ ਘਰ ਨੂੰ ਸਾਡੀ ਸੰਸਥਾ ਵੱਲੋਂ ਪੂਰਾ ਸੈਨੀਟਾਈਜ਼ ਕੀਤਾ ਜਾਂਦਾ ਹੈ ਜੀ ਔਰ ਉਹ ਬਿਲਕੁਲ ਨਿਸ਼ਕਾਮ ਕੀਤਾ ਜਾਂਦਾ ਹੈ। ਅਸੀਂ ਉਹਨਾਂ ਦੇ ਕੋਈ ਵੀ ਚਾਰਜ ਨਹੀਂ ਰੱਖੇ। ਜੀ ਤੇ ਜਦੋਂ ਤੁਸੀਂ ਸੈਨੀਟਾਈਜ਼ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚਦੇ ਜੀ। ਹੋ ਜਾਂ ਉਹਨਾਂ ਨੂੰ ਕਾਲ ਕਰਦੇ ਹੋ ਤੇ ਉਹਨਾਂ ਵੱਲੋਂ ਇਹ ਨਹੀਂ ਆਖਿਆ ਜਾਂਦਾ, ਕਿਉਂਕਿ ਤੁਸੀਂ ਖੁਦ ਉੱਥੇ ਇਨਵੋਲਵ ਹੁੰਦੇ ਹੋ ਜੀ, ਨਾ ਜੀ, ਜਦੋਂ ਜੀ, ਸੰਸਕਾਰ ਹੁੰਦਾ ਜੀ, ਹੈ, ਜੀ, ਜੀ। ਤੇ ਜੇ ਉਹ ਬੰਦੇ ਜੋ ਵੀ ਜਿਨ੍ਹਾਂ ਦੇ ਘਰ ਦੇ ਜਾਂ ਰਿਸ਼ਤੇਦਾਰਾਂ ਦੀ ਡੈਥ ਹੋਈ ਹੁੰਦੀ ਹੈ, ਬਿਲਕੁਲ। ਅਗਰ ਉਹ ਉੱਥੇ ਨਹੀਂ ਪਹੁੰਚੇ ਤੇ ਜਿਹੜੇ ਤੁਸੀਂ ਸੰਸਕਾਰ ਕਰਕੇ ਆ ਰਹੇ ਹੋ ਉਹਨਾਂ ਦਾ, ਬਿਲਕੁਲ। ਤੇ ਤੁਹਾਨੂੰ ਕਿਵੇਂ ਐਂਟਰ ਕਰਨ ਦਿੰਦੇ ਨੇ? ਬੜੇ ਪਰਿਵਾਰ ਦੇਖੋ, ਮੈਂ ਤੁਹਾਨੂੰ ਇਹ ਦੱਸਦਾ ਜੀ। ਕਿ ਬੜੇ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਸਾਡੇ ਨਾਲ ਖੜੇ ਹੋ ਕੇ ਸੰਸਕਾਰ ਦੀ ਸੇਵਾ ਦੇ ਨਾਲ ਖੜੇ ਹੋਏ ਨੇ। ਕੁਝ ਪਰਿਵਾਰ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਨਾਲ ਨਹੀਂ ਖੜੇ ਹੋਏ ਔਰ ਉਹਨਾਂ ਘਰਾਂ ਦੇ ਵਿੱਚ ਜਦੋਂ ਅਸੀਂ ਸੈਨੀਟਾਈਜ਼ ਕਰਨ ਜਾਈਦਾ, ਉਹ ਸੈਨੀਟਾਈਜ਼ ਸਾਡੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਜਾਂ ਸਾਡੇ ਵੱਲੋਂ ਪੂਰਾ ਪੀਪੀ ਕਿਟ ਪਾ ਕੇ, ਮਾਸਕ ਪਾ ਕੇ ਔਰ ਉਹ ਗਲਵਜ਼ ਨੂੰ ਵੇਅਰ ਕਰਕੇ, ਸ਼ੂ ਕਵਰ ਵੇਅਰ ਕਰਕੇ ਉਹਨਾਂ ਦੇ ਘਰ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ ਔਰ ਉਹ 15-20 ਮਿੰਟ ਵਾਸਤੇ ਉਹਨਾਂ ਦੇ ਘਰਦਿਆਂ ਨੂੰ ਇੱਕ ਸਾਈਡ ਦੇ ਉੱਤੇ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਘਰ ਦੇ ਸਾਰੇ ਪੱਖੇ ਚਲਾ ਦਿਓ ਔਰ ਆਪਣਾ ਸਾਰੇ ਜੋ ਦਰਵਾਜ਼ੇ ਨੇ ਖੋਲ ਦਿਓ ਤਾਂ ਕਿ ਇਹ ਵੈਂਟੀਲੇਸ਼ਨ ਹੋ ਜਾਏ। ਜੀ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਸਾਰੇ ਪਰਿਵਾਰ ਸਾਨੂੰ ਸਹਿਯੋਗ ਦੇ ਰਹੇ ਨੇ, ਨਾਲ ਖੜੇ ਹੋ ਰਹੇ ਨੇ। ਆਪਾਂ ਹੁਣ ਗੱਲ ਕਰਦੇ ਹਾਂ ਕਿ ਇੱਕ ਤਾਂ ਪਿਛਲਾ ਸਮਾਂ ਸੀ 2020 ਦਾ ਕਿ ਜਦੋਂ ਕਰੋਨਾ ਪੀਕ ਤੇ ਸੀ, ਜੀ ਇੱਕ ਹੁਣ 21 ਦਾ ਜਿਹੜਾ ਸਾਲ ਹੈ ਇਹਦੇ ਵਿੱਚ ਵੀ ਕਰੋਨਾ ਕਹਿ ਰਹੇ ਹੋ ਕਿ ਦੂਸਰੀ ਲਹਿਰ ਸ਼ੁਰੂ ਹੋ ਗਈ ਹੈ। ਕੀ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਹੁਣ ਕੇਸਿਸ ਜ਼ਿਆਦਾ ਆ ਰਹੇ ਨੇ? ਜੀ ਬਿਲਕੁਲ। ਜਲੰਧਰ ਸ਼ਹਿਰ ਦੀ ਅਗਰ ਗੱਲ ਕੀਤੀ ਜਾਵੇ, ਰੋਜ਼ ਹੁਣ ਤੁਸੀਂ ਵੀ ਦੇਖ ਰਹੇ ਹੋ ਕਿ 500 550 ਕੇਸਿਸ ਆ ਰਹੇ ਨੇ ਔਰ ਲਗਾਤਾਰ 11-12 ਮੌਤਾਂ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਰੋਜ਼ ਦੀਆਂ। ਔਰ ਅਸੀਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਔਰ ਮਤਲਬ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਹੀ ਅਪੀਲ ਕਰਨੀ ਚਾਹਾਂਗਾ ਮੈਂ ਕਿ ਆਪਣਾ ਖਾਣ ਪੀਣ ਦੇ ਉੱਤੇ ਬਹੁਤ ਧਿਆਨ ਰੱਖਿਆ ਜਾਵੇ। ਆਪਣੇ ਪ੍ਰਕੌਸ਼ਨ ਜੋ ਵੀ ਪ੍ਰਸ਼ਾਸਨ ਦੱਸ ਰਿਹਾ ਉਹਨੂੰ ਰੱਖਣਾ ਬੜਾ ਜ਼ਰੂਰੀ ਹੈ। ਬਟ ਉਹ ਫਿਰ ਦੁਬਾਰਾ ਤੋਂ ਘੁੰਮ ਕੇ ਉੱਥੇ ਆਵਾਂਗਾ ਕਿ ਆਪਣਾ ਕਰਮ ਔਰ ਧਰਮ ਨਾ ਭੁੱਲੋ। ਜਿਹੜੇ ਪਰਿਵਾਰ ਦਾ ਮੈਂਬਰ ਦਾ ਜੀ ਚਲਾ ਗਿਆ ਡਿਊ ਟੂ ਕਰੋਨਾ, ਜਿਨ੍ਹਾਂ ਦੀ ਮੌਤ ਹੋ ਗਈ, ਠੀਕ ਹੈ, ਉਸ ਤੋਂ ਡਰੋ, ਲੇਕਿਨ ਉਹਦੇ ਸੰਸਕਾਰ ਦੀ ਸੇਵਾ ਸਾਡੇ ਨਾਲ, ਜਿੱਥੇ ਤੁਸੀਂ ਨਹੀਂ ਚੱਲ ਸਕਦੇ ਉੱਥੇ ਅਸੀਂ ਤੁਹਾਡੇ ਨਾਲ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਖੜੀ ਹੈ, ਬਟ ਤੁਸੀਂ ਨਾਲ ਹੋ ਕੇ ਇਹ ਸੇਵਾ ਨਾਲ ਨਿਭਾਓ। ਮੈਂ ਇਹ ਬੇਨਤੀ ਕਰਨਾ ਚਾਹਾਂਗਾ। ਤੇ ਸਰ ਇੰਨਾ ਵੱਡਾ ਅਦਾਰਾ ਬਣ ਚੁੱਕਿਆ ਹੈ ਇਹ, ਤੇ ਇਹਦੇ ਵਾਸਤੇ ਫੰਡ ਦੀ ਵੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਤੇ ਫੰਡਸ ਜਿਹੜੇ ਨੇ ਉਹ ਕਿੱਦਾਂ ਫਿਰ ਤੁਸੀਂ ਅਰੇਂਜ ਕਰਦੇ ਹੋ? ਹਾਂਜੀ 163 ਜਿਹੜੇ ਕਰਮੇਸ਼ਨ ਸੰਸਕਾਰ, ਜੀ ਉਸ ਤੋਂ ਪਹਿਲਾਂ 10 ਮੈਂਬਰੀ ਕਮੇਟੀ। ਅੱਜ ਇਹ ਜਦੋਂ 2018 ਮੈਂ ਇਹ ਸਟਾਰਟ ਹੋਇਆ ਸੀਗਾ, 2018 ਚ ਆਖਰੀ ਉਮੀਦ ਦਾ ਜਦੋਂ ਗਠਨ ਕੀਤਾ ਗਿਆ ਸੀ, ਉਦੋਂ 10 ਤੋਂ 12 ਮੈਂਬਰੀ ਕਮੇਟੀ ਸੀ। ਅੱਜ ਇਸ ਕਮੇਟੀ ਦੇ ਵਿੱਚ ਮੈਂ ਘੱਟੋ ਘੱਟ ਦੀ ਗੱਲ ਕਰਾਂ ਤਾਂ 60-70 ਮੈਂਬਰਾਂ ਦੀ ਇਹ ਕਮੇਟੀ ਬਣ ਚੁੱਕੀ ਹੈ ਜੀ। ਇਹਦੇ ਵਿੱਚ ਸਾਰੇ ਹੀ ਉਹ ਮੇਰੇ ਵੀਰ, ਉਹ ਤਨ, ਮਨ ਔਰ ਧਨ, ਇਹ ਤਿੰਨਾਂ ਚੀਜ਼ਾਂ ਦੇ ਨਾਲ ਸੰਸਥਾ ਚੱਲਦੀ ਹੈ ਔਰ ਸਾਡੇ ਨਾਲ ਉਹ ਮਾਇਕ ਤੌਰ ਦੇ ਉੱਤੇ ਵੀ ਖੜੇ ਨੇ ਔਰ ਸਰੀਰਕ ਤੌਰ ਦੇ ਉੱਤੇ ਵੀ ਕਿਤੇ ਲੋੜ ਪੈਂਦੀ ਹੈ ਤਾਂ ਉਹ ਸਾਡਾ ਸਾਥ ਦੇ ਰਹੇ ਨੇ। ਉਹਨਾਂ ਦੇ ਨਾਲ ਜੋ ਪਰਿਵਾਰ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ, ਉਹਨਾਂ ਨੂੰ ਲੱਗ ਰਿਹਾ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ, ਮਨੁੱਖਤਾ ਦੀ ਸੇਵਾ ਵਾਸਤੇ ਇਸ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੇ ਗਵਰਨਮੈਂਟ ਵੱਲੋਂ ਕੋਈ ਸਪੋਰਟ ਮਿਲ ਰਹੀ ਹੈ? ਗਵਰਨਮੈਂਟ ਵੱਲੋਂ ਹਜੇ ਤੱਕ ਸਪੋਰਟ ਮਿਲੀ ਨਹੀਂ ਹੈ ਜੀ, ਲੇਕਿਨ ਸਾਡੇ ਇੱਕ ਐਮਐਲਏ ਜੀ ਹੈਗੇ ਨੇ ਬੇਰੀ ਜੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਜਦੋਂ ਇਹ ਸਾਡੀ ਸੰਸਥਾ ਓਪਨ ਕੀਤੀ ਗਈ। ਬੇਰੀ ਸਾਹਿਬ ਨੇ ਵੀ ਕਿਹਾ, ਰਿੰਕੂ ਜੀ ਨੇ ਵੀ ਕਿਹਾ ਔਰ ਉਹ ਸਾਡੇ ਨਾਲ ਹਰ ਤੌਰ ਦੇ ਉੱਤੇ ਖੜੇ ਹੋਣਗੇ। ਅਸੀਂ ਤੇ ਇਹ ਆਸ ਲੈ ਕੇ ਚੱਲ ਰਹੇ ਹਾਂ। ਬਾਕੀ ਸਾਰੇ ਜਿੰਨੇ ਵੀ ਕਰਮੇਸ਼ਨ ਹੋਏ ਨੇ ਜਾਂ ਜਿੰਨੀ ਵੀ ਸਾਡੇ ਨਾਲ ਲੋਕੀ ਨਿਰੰਤਰ ਜੁੜੀ ਜਾ ਰਹੇ ਨੇ, ਉਹਨਾਂ ਦਾ ਬਹੁਤ ਸਹਿਯੋਗ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਸਮਾਂ ਹੁਣ ਇੱਥੇ ਪ੍ਰੋਗਰਾਮ ਖਤਮ ਕਰਨ ਦਾ ਹੋ ਗਿਆ, ਪਰ ਉਸ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ ਜੀ ਆਪਣੇ ਤੌਰ ਦੇ ਉੱਤੇ ਕਿ ਇਹ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਇਹ ਸਾਰੀ ਤੁਹਾਡੇ ਸਹਿਯੋਗ ਸਦਕਾ ਹੀ ਚੱਲ ਰਹੀ ਹੈ। ਇਸ ਦੇ ਵਿੱਚ ਕੋਈ ਵੀ ਤਨਖਾਹ ਦੇ ਉੱਤੇ ਨਹੀਂ ਹੈ ਔਰ ਮਨੁੱਖਤਾ ਦੀ ਸੇਵਾ ਵਾਸਤੇ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈ। ਜਿੱਦਾਂ ਕਿ ਕਰੋਨਾ ਕਾਲ ਦੇ ਚਲਦਿਆਂ ਬਹੁਤ ਮੌਤਾਂ ਹੋਈਆਂ ਔਰ ਅੱਜ ਅਗਰ ਸੰਸਕਾਰ ਦੀ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਰ ਨੇ ਜੋ ਮੇਰੇ ਬਹੁਤ ਕਲੋਜ਼ ਨੇ, ਬਟ ਉਸ ਟਾਈਮ ਦੇ ਉੱਤੇ ਉਹ ਕਈ ਵਾਰ ਸਾਡਾ ਫੋਨ ਵੀ ਨਹੀਂ ਚੱਕਦੇ ਔਰ ਮੈਂ ਬੇਨਤੀ ਕਰਾਂਗਾ ਕਿ ਸਾਰੇ ਅੱਗੇ ਆਣ, ਆਪਾਂ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਏ ਔਰ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਆ ਕੇ ਲੋਕਾਂ ਦੀਆਂ ਅਸੀਸਾਂ ਲੈ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੀਆਂ ਅਸੀਸਾਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ-ਬਹੁਤ ਧੰਨਵਾਦ, ਤੁਸੀਂ ਅੱਜ ਇੱਥੇ ਆਏ ਹੋ ਤੇ ਆਪਣਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਹੈ। ਤੇ ਹੁਣ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਖਤਮ ਕਰਨ ਦਾ ਵੇਲਾ ਹੋ ਚੁੱਕਿਆ ਹੈ। ਮੈਂ 1 ਮਿੰਟ ਵਾਸਤੇ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਔਰ ਨੈਸ਼ਨਲ ਤੁਹਾਡਾ ਪੰਜਾਬੀ ਨੈਸ਼ਨਲ ਚੈਨਲ ਦਾ ਮੈਂ ਦੁਆਰ ਤੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ
ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਔਰ ਆਖਰੀ ਉਮੀਦ ਸੰਸਥਾ ਦੀਆਂ ਜੋ ਸੇਵਾਵਾਂ ਨੇ ਜੀ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲਾ ਕੀਤਾ। ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ। ਪੰਜਾਬੀ ਨੈਸ਼ਨਲ ਚੈਨਲ। ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਚਿਹਰੇ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਤੇ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦਾ YouTube ਚੈਨਲ ਤੇ Facebook ਪੇਜ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਹੁਣ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।